ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 27 ਤੇ ਪਹਿਲੀ ਪੰਕਤੀ ਹੈ। ਸ਼੍ਰੀ ਰਾਗ ਮਹਿਲਾ ਤੀਜਾ ਘਰ ਪਹਿਲਾ। ਰਾਗ ਦਾ ਨਾਮ ਹੈ ਸ਼੍ਰੀ ਰਾਗ। ਮਹਿਲਾ ਤੀਜਾ ਦਾ ਭਾਵ ਹੈ ਤੀਸਰੇ ਪਾਤਸ਼ਾਹ ਦੀ ਬਾਣੀ ਹੈ। ਇਸ ਬਾਣੀ ਨੂੰ ਪਹਿਲੇ ਘਰ 'ਚ ਗਾਉਣਾ ਹੈ। ਗੁਰੂ ਮਹਾਰਾਜ ਕਹਿੰਦੇ ਤੀਸਰੇ ਪਾਤਸ਼ਾਹ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ, ਗੁਰਮੁਖ ਕਾਰ ਕਮਾਮਣੀ ਸੱਚ ਘਟ ਪ੍ਰਗਟ ਹੋਏ। ਅੰਤਰ ਜਿਸ ਕੈ ਸੱਚ ਵਸੈ, ਸੱਚੇ ਸੱਚੀ ਸੋਏ। ਸੱਚ ਮਿਲੇ ਸੇ ਨਾ ਵਿਛੜੇ, ਤਿਨ ਨਿਜ ਕਰ ਵਾਸਾ ਹੋਏ। ਜਿਸ ਹੀ ਕੀ ਸਰਕਾਰ ਹੈ, ਜਿਹਦੀ ਸਰਕਾਰ ਹੁੰਦੀ ਹੈ, ਤਿਸ ਹੀ ਕਾ ਸਭ ਕੋਈ, ਹਰ ਕੋਈ ਉਸੇ ਦਾ ਹੀ ਹੁੰਦਾ ਹੈ, ਕਿਉਂਕਿ ਉਹਦੀ ਚੱਲਣੀ ਹੈ, ਉਹਦੇ ਹੁਕਮ ਚੱਲਣਾ ਹੈ। ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ। ਜਿਹੜਾ ਗੁਰੂ ਦੇ ਆਖੇ ਲੱਗ ਕੇ ਕਰਮ ਕਰਦਾ ਹੈ, ਕਾਰ ਕਰਮ, ਗੁਰਮੁਖ ਕਾਰ ਕਮਾਵਣੀ, ਜਿਹੜਾ ਗੁਰਮੁਖ ਬਣ ਕੇ ਗੁਰੂ ਦੇ ਆਖੇ ਲੱਗ ਕੇ ਕਰਮ ਕਰਦਾ ਹੈ, ਸੱਚ ਘਟ ਪ੍ਰਗਟ ਹੋਏ। ਸੱਚ ਭਾਵ ਪਰਮਾਤਮਾ, ਪਰਮਾਤਮਾ ਉਹਦੇ ਸਰੀਰ ਵਿੱਚ ਪ੍ਰਗਟ ਹੋ ਜਾਂਦਾ ਹੈ। ਅਤੇ ਕਾਰ ਕਿਹੜੀ ਕਰਨੀ ਹੈ, ਕਰਮ ਕਿਹੜਾ ਕਰਨਾ? ਨਾਮ ਜਪਣਾ। ਗੁਰੂ ਦੇ ਆਖੇ ਲੱਗ ਕੇ ਨਾਮ ਜਪਣਾ। ਨਾਮ ਜਪਦਿਆਂ ਜਪਦਿਆਂ ਸਾਡੇ ਅੰਦਰ ਹੀ ਫਿਰ ਪਰਮਾਤਮਾ ਪ੍ਰਗਟ ਹੋ ਜਾਂਦਾ। ਘਾਟ ਸਰੀਰ ਨੂੰ ਕਹਿੰਦੇ, ਭਾਵ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ। ਅੰਤਰ ਜਿਸ ਕੈ ਸੱਚ ਵਸੈ, ਸੱਚੇ ਸੱਚੀ ਸੋਏ। ਜਿਸ ਦੇ ਅੰਦਰ ਪਰਮਾਤਮਾ ਵਸ ਜਾਂਦਾ ਹੈ, ਉਹ ਹੋ ਜਾਂਦੇ ਨੇ ਸੱਚੇ। ਸੱਚੇ ਸੱਚੀ ਸੋਏ। ਉਹ ਸੱਚਾ ਹੋਣ ਕਰਕੇ ਉਹਦੀ ਸ਼ੋਭਾ ਵੀ ਫਿਰ ਸੱਚੀ ਹੁੰਦੀ ਹੈ। ਸੱਚੀ ਭਾਵ ਸਦਾ ਰਹਿਣ ਵਾਲੀ। ਸੋਏ ਮੈਨੇ ਸ਼ੋਭਾ ਵਡਿਆਈ। ਜਿਸ ਦੇ ਅੰਦਰ ਪਰਮਾਤਮਾ ਵਸ ਜਾਂਦਾ ਹੈ, ਉਹ ਸੱਚ ਹੋ ਜਾਂਦਾ ਹੈ। ਫਿਰ ਉਸ ਸੱਚੇ ਦੀ ਜਿਹੜੀ ਵਡਿਆਈ ਹੈ ਉਹ ਵੀ ਸੱਚੀ ਹੁੰਦੀ, ਸਦਾ ਰਹਿਣ ਵਾਲੀ ਹੁੰਦੀ। ਕਿਉਂ ਕੁਦਰਤੀ ਗੱਲ ਹੈ, ਜਿਉਂ ਜਿਉਂ ਸਾਡੇ ਨਾਮ ਦੀ ਅਵਸਥਾ ਉੱਚੀ ਹੁੰਦੀ ਹੈ, ਸਾਡਾ ਆਦਰ ਮਾਣ ਸਤਿਕਾਰ ਸਮਾਜ 'ਚ ਵਧਣਾ ਸ਼ੁਰੂ ਹੋ ਜਾਂਦਾ ਹੈ। ਅਤੇ ਜਦੋਂ ਅੰਦਰ ਰੱਬ ਹੀ ਪ੍ਰਗਟ ਪੈਦਾ ਹੋ ਗਿਆ, ਫਿਰ ਵਡਿਆਈ ਦੂਰ ਦੂਰ ਤੱਕ ਹੋ ਜਾਂਦੀ ਹੈ। ਸੱਚ ਮਿਲੇ ਸੇ ਨਾ ਵਿਛੜੇ, ਤਿਨ ਨਿਜ ਕਰ ਵਾਸਾ ਹੋਏ। ਸੱਚ ਮਿਲੇ, ਸੱਚ ਨਾਲ ਜਿਹੜੇ ਮਿਲ ਜਾਂਦੇ ਨੇ, ਜਿਹੜੇ ਪਰਮਾਤਮਾ ਨਾਲ ਮਿਲ ਜਾਂਦੇ ਹਨ, ਸੇ ਨਾ ਵਿਛੜੇ। ਇੱਕ ਸ਼ਬਦ ਹੁੰਦਾ ਸੋ। ਸੋ ਜਿਹੜਾ ਸ਼ਬਦ ਹੈ ਹੁੰਦਾ ਇੱਕ ਵਚਨ। ਸੋ ਦਾ ਬਹੁਵਚਨ ਹੈ ਸੇ, ਤਾਂ ਹੀ ਅੱਗੇ ਵਿਛੜੈ। ਜੇ ਇੱਕ ਵਚਨ ਹੁੰਦਾ ਤਾਂ ਹੁਣ ਅਸੀਂ ਸੱਚ ਮਿਲੇ ਨਹੀਂ ਸੀ ਹੋਣਾ। ਫਿਰ ਸੱਚ ਮਿਲਿਆ। ਕਿ ਸੱਚ ਮਿਲੇ ਸੇ ਨਾ ਵਿਛੜੈ। ਇਸ ਲਈ ਵਿਛੜੈ ਬਹੁਵਚਨ ਕਿਰਿਆ ਹੈ, ਕਿਉਂਕਿ ਸੇ ਬਹੁਵਚਨ ਹੈ। ਜਿਵੇਂ ਆਪਾਂ ਇੱਕ ਕਹਿੰਦਾ ਹੀ, ਉਹਦੇ ਨਾਲ ਦਾ ਇਜ਼, ਹੀ ਦਾ ਬਹੁਵਚਨ ਦਾ ਦੇ, ਉਹਦੇ ਨਾਲ ਦਾ ਆਰ। ਇਸ ਲਈ ਜੇ ਹੁੰਦਾ ਸੋ, ਫਿਰ ਹੁੰਦਾ ਵਿਛੜੈ। ਫਿਰ ਸਪੈਲਿੰਗ ਹੋਣੇ ਸਨ ਵਾਵੇ ਨੂੰ ਸਿਆਰੀ, ਛੱਛੇ ਨੂੰ ਰਾੜੇ ਨੂੰ ਦਲਾਵਾਂ, ਵਿਛੜੈ। ਹੁਣ ਸੋ ਦਾ ਬਹੁਵਚਨ ਸੇ, ਸੇ ਕਰਨ ਅੱਗੇ ਕਿਰਿਆ ਹੈ, ਇਹ ਬਹੁਵਚਨ ਹੈ ਅਤੇ ਬਹੁਵਚਨ ਕਿਰਿਆ ਨਕਰੀ ਬੋਲੀ ਜਾਂਦੀ ਹੈ। ਸੇ ਨਾ ਵਿਛੜੈ।
ਜਿਹੜੇ ਪਰਮਾਤਮਾ ਨਾਲ ਮਿਲ ਜਾਂਦੇ ਆ ਨਾ, ਫਿਰ ਪਰਮਾਤਮਾ ਤੋਂ ਵਿਛੜਦੇ ਨਹੀਂ, ਕਿਉਂਕਿ ਪਰਮਾਤਮਾ ਫਿਰ ਸਾਡੀ ਬਾਂਹ ਫੜ ਲੈਂਦਾ ਹੈ। ਅਸੀਂ ਕਿਸੇ ਦੀ ਬਾਂਹ ਫੜੀਏ ਤਾਂ ਅਸੀਂ ਛੁਡਾ ਸਕਦੇ ਹਾਂ, ਕੋਈ ਸਾਡੀ ਬਾਂਹ ਫੜ ਲਏ ਫਿਰ ਅਸੀਂ ਛੁਡਾ ਨਹੀਂ ਸਕਦੇ। ਪਰਮਾਤਮਾ ਫਿਰ ਮਨੁੱਖ ਦੀ ਬਾਂਹ ਫੜ ਲੈਂਦਾ ਹੈ, ਫਿਰ ਮਨੁੱਖ ਵਿਛੜਦਾ ਨਹੀਂ। ਤਿੰਨ ਨਿਜ ਘਰ ਵਸਾ, ਨਿਜ ਘਰ ਹੁੰਦਾ ਸੱਚਖੰਡ। ਫਿਰ ਜਿਹੜੇ ਪਰਮਾਤਮਾ ਤੋਂ ਵਿਛੜਦੇ ਨਹੀਂ, ਜਿਉਂਦੇ ਜੀ, ਉਹ ਮਰਨ ਤੋਂ ਬਾਅਦ ਫਿਰ ਉਹਨਾਂ ਸੱਚਖੰਡ 'ਚ ਵਾਸਾ ਹੋ ਜਾਂਦਾ। ਉਹ ਸਾਡਾ ਨਿਜ ਘਰ ਹੈ। ਰੱਬ ਸਾਡਾ ਪਤੀ ਹੈ, ਉਸ ਲਈ ਸਾਡਾ ਘਰ ਹੈ। ਰੱਬੀ ਘਰ ਨੂੰ ਨਿਜ ਘਰ ਕਹਿੰਦੇ, ਆਪਣਾ ਘਰ ਅਸਲ ਕਹਿੰਦੇ। ਮੇਰੇ ਰਾਮ ਮੈਂ ਹਰ ਬਿਨ ਅਵਰ ਨ ਕੋਇ, ਸਤਿਗੁਰ ਸੱਚ ਪ੍ਰਭ ਨਿਰਮਲਾ, ਸ਼ਬਦ ਮਿਲਾਵਾ ਹੋਏ ਰਹਾ। ਮੇਰੇ ਰਾਮ ਹੈ ਪ੍ਰਮਾਤਮਾ, ਮੈਂ ਹਰ ਬਿਨ ਅਵਰ ਨ ਕੋਇ, ਹਰੀ ਤੋਂ ਬਿਨਾਂ ਮੇਰਾ ਕੋਈ ਹੈ ਹੀ ਨਹੀਂ ਹੈ। ਮੇਰਾ ਜਿਹੜਾ ਓਟ ਆਸਰਾ ਹੈ ਉਹ ਪਰਮਾਤਮਾ ਹੀ ਹੈ। ਸਤਿਗੁਰ ਸੱਚ ਪ੍ਰਭ ਨਿਰਮਲਾ, ਸ਼ਬਦ ਮਿਲਾਵਾ ਹੋਏ। ਜਿਹੜਾ ਪਰਮਾਤਮਾ ਹੈ ਉਹ ਸੱਚ ਹੈ, ਸਦਾ ਰਹਿਣ ਵਾਲਾ ਹੈ, ਨਿਰਮਲਾ ਪਵਿੱਤਰ ਹੈ। ਸ਼ਬਦ ਮਿਲਾਵਾ, ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਨਾਲ ਮੇਲ ਹੁੰਦਾ। ਸਤਿਗੁਰ ਦੇ ਸ਼ਬਦ ਨਾਲ ਪਰਮਾਤਮਾ ਨਾਲ ਮੇਲ ਹੁੰਦਾ। ਪਰਮਾਤਮਾ ਪਵਿੱਤਰ ਹੈ। ਦੇਖੋ, ਕਿਸੇ ਨਾਲ ਦੂਜੀ ਚੀਜ਼ ਉਦੋਂ ਹੀ ਰਲ ਸਕਦੀ ਹੈ ਜੇ ਦੂਜੀ ਚੀਜ਼ ਪਹਿਲੇ ਵਰਗੀ ਹੋਵੇ। ਜੇ ਦੋਨੋਂ ਚੀਜ਼ਾਂ ਆਰਡਰ ਨੇ ਤਾਂ ਮਿਲ ਨਹੀਂ ਸਕਦੀਆਂ। ਉਹ ਪਤਾ ਲੱਗੇਗਾ ਵੀ ਇਹ ਤਾਂ ਦੋ ਚੀਜ਼ਾਂ ਨੇ। ਆਪਸ ਵਿੱਚ ਮਿਲਣ ਲਈ ਜ਼ਰੂਰੀ ਹੈ ਕਿ ਦੋਨੋਂ ਇੱਕੋ ਜਿਹੇ ਹੋਣ। ਹੁਣ ਦੁੱਧ 'ਚ ਲੋਕ ਪਾਣੀ ਕਿਉਂ ਪਾਉਂਦੇ ਨੇ ਕਿ ਦੁੱਧ ਵੀ ਚਿੱਟਾ, ਪਾਣੀ ਵੀ ਚਿੱਟਾ, ਪਾਇਆ ਪਤਾ ਨਹੀਂ ਲੱਗਦਾ ਵੀ ਦੁੱਧ 'ਚ ਪਾਣੀ ਹੈ। ਦੂਰੋਂ ਦੇਖਿਆ ਨਹੀਂ ਪਤਾ ਲੱਗਦਾ। ਪਰ ਦੁੱਧ ਦੇ ਵਿੱਚ ਕੋਈ ਹੋਰ ਆਪਾਂ ਚੀਜ਼ ਪਾ ਦਿਆਂਗੇ ਜਿਹੜੀ ਚਿੱਟੀ ਨਹੀਂ, ਉਹ ਫਿਰ ਪਤਾ ਲੱਗ ਜਾਏ ਇਹਦੇ ਵਿੱਚ ਕੁਛ ਹੈ। ਪਰਮਾਤਮਾ ਨਿਰਮਲ ਹੈ। ਨਿਰਮਲ ਦੇ ਨਾਲ ਨਿਰਮਲ ਹੀ ਮਿਲ ਸਕਦਾ ਹੈ। ਪਰਮਾਤਮਾ ਪਵਿੱਤਰ ਹੈ ਅਤੇ ਪਵਿੱਤਰ ਦੇ ਨਾਲ ਪਵਿੱਤਰ ਹੀ ਮਿਲ ਸਕਦਾ ਹੈ। ਇਸ ਲਈ ਜਿਉਂ-ਜਿਉਂ ਅਸੀਂ ਨਾਮ ਜਪੀ ਜਾਂਦੇ ਹਾਂ, ਜਪੀ ਜਾਂਦੇ ਹਾਂ, ਜਪੀ ਜਾਂਦੇ ਹਾਂ, ਹੌਲੀ ਹੌਲੀ ਸਾਡੀ ਮੈਲ ਲੈ ਜਾਂਦੀ ਹੈ। ਇੱਕ ਦਿਨ ਅਸੀਂ ਨਿਰਮਲ ਹੋ ਜਾਂਦੇ ਹਾਂ। ਫਿਰ ਸਾਡਾ ਉਸ ਨਿਰਮਲ ਪਰਮਾਤਮਾ ਨਾਲ ਮੇਲ ਹੋ ਜਾਂਦਾ, ਕਿਉਂਕਿ ਇੱਕੋ ਜਿਹੇ ਹੋ ਗਏ, ਇੱਕੋ ਜਿਹੇ। ਹਸਬੈਂਡ ਵਾਈਫ ਦੀ ਵੀ ਉਹਨਾਂ ਚਿਰ ਹੀ ਨਿਭਦੀ ਹੈ ਜਿੰਨਾ ਚਿਰ ਸੁਭਾਅ ਇੱਕੋ ਜਿਹੇ ਨੇ। ਜੇ ਇੱਕੋ ਜਿਹੇ ਨਹੀਂ, ਫਿਰ ਤੂੰ ਮੈਂ ਹੁੰਦੀ ਰਹਿੰਦੀ, ਜੇ ਟੁੱਟ ਫੁੱਟ ਹੋ ਜਾਂਦੀ। ਦੋਸਤੀ ਵੀ ਉਹਨਾਂ ਚਿਰ ਹੀ ਨਿਭਦੀ ਹੈ ਜਿੰਨਾ ਚਿਰ ਦੋ ਦੋਸਤਾਂ ਦਾ ਸੁਭਾਅ ਇੱਕੋ ਜਿਹਾ ਹੈ। ਇੱਕ ਦਾ ਸੁਭਾਅ ਬਦਲ ਜਾਏ ਫਿਰ ਉਹਨਾਂ ਦੀ ਟੁੱਟ ਜਾਂਦੀ ਆਪਸ 'ਚ। ਸਕੇ ਭਰਾਵਾਂ ਦੀ ਵੀ ਤਾਂ ਹੀ ਬਣਦੀ ਹੈ ਜਿਹਨਾਂ ਦਾ ਸੁਭਾਅ ਇੱਕੋ ਜਿਹਾ। ਜੇ ਸੁਭਾਵਾਂ 'ਚ ਫਰਕ ਪੈ ਜਾਏ ਉਹਨਾਂ ਦੀ ਵੀ ਆਪੇ ਟੁੱਟ ਫੁੱਟ ਹੋ ਜਾਂਦੀ ਹੈ। ਸਾਡੀ ਪਰਮਾਤਮਾ ਨਾਲੋਂ ਟੁੱਟ ਫੁੱਟ ਕਿਉਂ ਹੋਈ? ਸਾਡੇ 'ਤੇ ਮਾਇਆ ਦਾ ਅਸਰ ਹੋ ਗਿਆ। ਮਾਇਆ ਦਾ ਅਸਰ ਹੋਣ ਕਰਕੇ, ਮਾਇਆ ਦੇ ਅਧੀਨ ਹੋਣ ਕਰਕੇ ਅਸੀਂ ਜਿਹੜੇ ਕਰਮ ਕੀਤੇ ਉਹ ਮੈਲੇ ਸਨ। ਇਸ ਲਈ ਸਾਡਾ ਸਮਾਂ ਪਾ ਕੇ ਮਨ ਮੈਲਾ ਹੋ ਜਾਏ। ਇਸ ਲਈ ਪਰਮਾਤਮਾ ਨਾਲ ਸਾਡੀ ਟੁੱਟ ਫੁੱਟ ਹੋ ਗਈ, ਕਿਉਂਕਿ ਸਾਡਾ ਸੁਭਾਅ ਹੋਰ ਹੋ ਗਿਆ, ਪਰਮਾਤਮਾ ਦਾ ਹੋਰ ਹੋ ਗਿਆ। ਜਦੋਂ ਅਸੀਂ ਗੁਰੂ ਦੇ ਆਖੇ ਲੱਗ ਕੇ ਮਾੜੇ ਕੰਮ ਛੱਡ ਦੇਵਾਂਗੇ ਅਤੇ ਨਾਮ ਜਪੀ ਜਾਵਾਂਗੇ, ਇੱਕ ਦਿਨ ਆਏਗਾ ਜਦੋਂ ਮਾੜੇ ਕੰਮ ਛੱਡਦੇ ਤਾਂ ਮਨ ਨੂੰ ਨਵੀਂ ਮੈਲ ਨਹੀਂ ਲੱਗੇਗੀ। ਪਹਿਲੀ ਜਿਹੜੀ ਮੈਲ ਲੱਗੀ ਉਹ ਨਾਮ ਜਪ ਜਪ ਕੇ ਅਸੀਂ ਧੋ ਲਾਂਗੇ। ਜਦੋਂ ਅਸੀਂ ਨਿਰਮਲ ਹੋ ਗਏ ਫਿਰ ਸਾਡਾ ਉਸ ਨਿਰਮਲ ਪਰਮਾਤਮਾ ਨਾਲ ਮੇਲ ਹੋ ਜਾਏਗਾ। ਇਸ ਲਈ ਜਿਹਦੀ ਵੀ ਇੱਛਾ ਪਰਮਾਤਮਾ ਨੂੰ ਮਿਲਣ ਦੀ ਹੋਵੇ
ਉਹ ਆਪਣੇ ਅੰਦਰ ਝਾਤੀ ਮਾਰ ਲੈ ਬਈ ਕੋਈ ਮੈਂ ਗਲਤ ਕੰਮ ਤਾਂ ਨਹੀਂ ਕਰ ਰਿਹਾ। ਜੇ ਤੇ ਗਲਤ ਕੰਮ ਕਰ ਰਿਹਾ ਤੇ ਨਾਲ ਪਾਠ ਵੀ ਕਰ ਰਿਹਾ, ਨਾਲ ਸਿਮਰਨ ਵੀ ਕਰ ਲਿਆ, ਚਾਹੇ 10 ਜਨਮ ਲੱਗਾ ਉਹਨੂੰ ਪਰਮਾਤਮਾ ਨਹੀਂ ਮਿਲੇਗਾ। ਕਿਉਂ ਜਿੰਨਾ ਕੁ ਬਾਣੀ ਪੜ੍ਹ ਕੇ ਨਾਮ ਜਪ ਕੇ ਉਹ ਮਨ ਨੂੰ ਸਾਫ਼ ਕਰਦਾ, ਉਹਨਾਂ ਮਾੜਾ ਕੰਮ ਕਰਕੇ ਮੁੜ ਕੇ ਮੈਲਾ ਕਰ ਲੈਂਦਾ, ਇਸ ਲਈ ਉਹਨੂੰ ਕਦੇ ਵੀ ਨਹੀਂ ਮਿਲੇਗਾ। ਇਸ ਲਈ ਜਿਹਦੀ ਵੀ ਇੱਛਾ ਪਰਮਾਤਮਾ ਨੂੰ ਮਿਲਣ ਦੀ ਹੋਵੇ, ਉਹਨੂੰ ਹਰ ਪ੍ਰਕਾਰ ਦਾ ਗਲਤ ਕੰਮ ਛੱਡਣਾ ਪਵੇਗਾ। ਜਦੋਂ ਗਲਤ ਕੰਮ ਛੱਡ ਦੇਗਾ, ਅੱਗੇ ਤੋਂ ਫਿਰ ਮਨ ਮੈਲਾ ਨਹੀਂ ਹੋਵੇਗਾ। ਜਿਹੜੀ ਪਹਿਲੀ ਮੈਲ ਲੱਗੀ ਹੋਈ ਹੈ, ਉਹ ਨਾਮ ਜਪ 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 ਕਹਿ ਕੇ, ਬਾਣੀ ਪੜ੍ਹ ਪੜ੍ਹ ਕੇ ਉਹ ਮੈਲ ਲਾ ਲਏਗਾ, ਫਿਰ ਨਿਰਮਲ ਹੋ ਜਾਏਗਾ, ਫਿਰ ਉਹਦਾ ਪਰਮਾਤਮਾ ਨਾਲ ਮੇਲ ਹੋ ਜਾਵੇਗਾ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਸਤਿਗੁਰ ਸੱਚ ਪ੍ਰਭ ਨਿਰਮਲਾ, ਸ਼ਬਦ ਮਿਲਾਵਾ ਹੋਏ। ਅਰਥ ਕਰਨਾ, ਸੱਚ ਪ੍ਰਭ ਨਿਰਮਲਾ। ਪਰਮਾਤਮਾ ਸੱਚ ਹੈ, ਸਦੀਵੀ ਹੈ, ਉਹ ਨਿਰਮਲ ਹੈ। ਸਤਿਗੁਰ ਸ਼ਬਦ ਮਿਲਾਵਾ ਹੋਏ, ਫਿਰ ਐਂ ਸਮਝਣਾ ਗੁਰੂ ਦੇ ਸ਼ਬਦ ਰਾਹੀਂ ਫਿਰ ਪਰਮਾਤਮਾ ਨਾਲ ਮੇਲ ਹੁੰਦਾ ਹੈ। ਫਿਰ ਕਿ ਅੱਗੇ ਕੀ ਹੁੰਦਾ, ਸ਼ਬਦ ਮਿਲੇ ਸੋ ਮਿਲ ਰਹੇ, ਜਿਸ ਨੂੰ ਆਪੇ ਲਏ ਮਿਲਾਏ। ਜਿਹੜਾ ਸ਼ਬਦ ਦੇ ਨਾਲ ਜੁੜਿਆ ਰਹਿੰਦਾ ਹੈ, ਉਹ ਫਿਰ ਪਰਮਾਤਮਾ ਨਾਲ ਵੀ ਜੁੜਿਆ ਰਹਿੰਦਾ ਹੈ। ਫਿਰ ਪਰਮਾਤਮਾ ਆਪੇ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਅਸੀਂ ਤਾਂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ ਹੈ। ਉੱਠਦੇ ਬੈਠਦੇ ਤੁਰਦੇ ਫਿਰਦੇ ਉਹਦਾ ਨਾਮ ਜਪਦੇ ਰਹਿਣਾ ਹੈ। ਸਮਾਂ ਆਉਣ 'ਤੇ ਆਪੇ ਉਹ ਆਪਣੇ ਨਾਲ ਮਿਲਾ ਲਏਗਾ। ਦੂਜੇ ਭਾਏ ਕੋ ਨਾ ਮਿਲੇ, ਫਿਰ ਆਵੇ ਜਾਏ। ਦੂਜੇ ਭਾਏ ਦਾ ਮਾਇਆ ਨਾਲ ਪਿਆਰ, ਰੱਬ ਨੂੰ ਛੱਡ ਕੇ ਜਿਹਦਾ ਮਾਇਆ ਨਾਲ ਪਿਆਰ ਹੈ ਨਾ, ਉਹ ਰੱਬ ਨਾਲ ਨਹੀਂ ਮਿਲ ਸਕਦਾ। ਫਿਰ ਆਵੇ ਜਾਏ, ਉਹ ਵਾਰੀ ਵਾਰੀ ਸੰਸਾਰ 'ਤੇ ਆਉਂਦਾ ਹੈ, ਜਾਂਦਾ ਹੈ, ਜੰਮਦਾ ਹੈ, ਮਰਦਾ ਹੈ। ਉਹਦਾ ਜੰਮਣ ਮਰਨ ਮੁੱਕਦਾ ਹੀ ਨਹੀਂ। ਐਕਚੁਅਲੀ ਜੰਮਣ ਮਰਨ ਓਨਾ ਚਿਰ ਨਹੀਂ ਮੁੱਕਦਾ ਕਿਸੇ ਵੀ ਬੰਦੇ ਦਾ, ਜਿੰਨਾ ਚਿਰ ਪਰਮਾਤਮਾ ਨਾਲ ਮਿਲ ਨਹੀਂ ਜਾਂਦਾ। ਬਹੁਤ ਭਜਨ ਬੰਦਗੀ ਕੀਤੀ ਹੈ, ਬੜੀ ਚੰਗੀ ਗੱਲ ਹੈ। ਅਗਲਾ ਜੀਵਨ ਹੁਣ ਨਾਲੋਂ ਵਧੀਆ ਮਿਲੇਗਾ। ਪਰਮਾਤਮਾ ਉਹਨੂੰ ਭਜਨ ਬੰਦਗੀ ਦੇ ਹੋਰ ਮੌਕੇ ਦੇਵੇਗਾ। ਉਹਦੇ ਅੰਦਰ ਪਿਛਲੇ ਹੀ ਕਮਾਈ ਕਰਨ ਰੁਚੀ ਪੈਦਾ ਕਰੇਗਾ। ਉਹ ਅਗਲੇ ਜਨਮ 'ਚ ਭਜਨ ਬੰਦਗੀ ਕਰਦਾ ਰਿਹਾ, ਪਰ 1-2% ਮਨ ਅਜੇ ਵੀ ਮੈਲਾ ਰਹਿ ਗਿਆ ਹੈ। ਉਹਨੂੰ ਫਿਰ ਮੌਕਾ ਦਿੱਤਾ ਜਾਏਗਾ, ਫਿਰ ਮਨੁੱਖਾ ਜੀਵਨ ਦਿੱਤਾ ਜਾਏਗਾ ਕਿ ਜਿਹੜੀ ਮੈਲ ਥੋੜ੍ਹੀ ਬਹੁਤ ਲੱਗੀ ਹੈ ਉਹ ਲਾ ਲੈ ਅਤੇ ਮੇਰੇ ਨਾਲ ਮਿਲ ਜਾ। ਇਸ ਲਈ ਦੂਜੇ ਭਾਏ ਕੋ ਨਾ ਮਿਲੇ। ਜਿਹੜਾ ਸੰਸਾਰ ਨੂੰ ਪਿਆਰ ਕਰਦਾ ਹੈ, ਮਾਇਆ ਨੂੰ ਪਿਆਰ ਕਰਦਾ ਹੈ, ਕੋ ਮੈਨੇ ਕੋਈ ਵੀ, ਉਹ ਕੋਈ ਵੀ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਫਿਰ ਆਵੇ ਜਾਏ, ਉਹ ਵਾਰੀ ਵਾਰੀ ਆਉਂਦਾ ਹੈ, ਜਾਂਦਾ ਹੈ, ਭਾਵ ਜੰਮਦਾ ਹੈ, ਮਰਦਾ ਹੈ। ਸਭ ਮੈਂ ਇੱਕ ਵਰਤਦਾ, ਏਕੋ ਰਿਹਾ ਸਮਾਏ। ਸਾਰਾ ਜੀ ਇੱਕ ਪਰਮਾਤਮਾ ਹੀ ਵਰਤਦਾ, ਸਾਰਾ ਜੀ ਇੱਕ ਪਰਮਾਤਮਾ ਹੀ ਸਮਾਇਆ ਹੋਇਆ ਹੈ। ਜਿਸ ਨੂੰ ਆਪ ਦਿਆਲ ਹੋਏ, ਜਿਸ 'ਤੇ ਪਰਮਾਤਮਾ ਆਪ ਦਇਆ ਕਰਦਾ ਹੈ, ਸੋ ਗੁਰਮੁਖ ਨਾਮ ਸਮਾਏ। ਉਹ ਗੁਰੂ ਦੇ ਦਿੱਤੇ ਨਾਮ ਰਾਹੀਂ ਪਰਮਾਤਮਾ ਵਿੱਚ ਸਮਾ ਜਾਂਦਾ ਹੈ, ਉਹਦੇ 'ਚ ਲੀਨ ਹੋ ਜਾਂਦਾ ਹੈ। ਪਰਮਾਤਮਾ ਹੀ ਦਇਆ ਕਰਦਾ। ਅਸੀਂ ਐਵੇਂ ਨਹੀਂ ਇੱਥੇ ਆ ਗਏ। ਸਾਨੂੰ ਸਤ ਸੰਗਤ ਦੇ ਵਿੱਚ ਪਰਮਾਤਮਾ ਨੇ ਭੇਜਿਆ। ਪਰਮਾਤਮਾ ਦਾ ਕੰਮ ਹੈ ਸਾਨੂੰ ਸਤ ਸੰਗਤ 'ਚ ਭੇਜਣਾ, ਕਿਉਂਕਿ ਉਹਨੂੰ ਪਤਾ ਹੈ ਵੀ ਜਿੰਨੇ ਮੇਰੇ ਨਾਲ ਮਿਲਣਾ ਉਹ ਗੁਰੂ ਰਾਹੀਂ ਮਿਲੇਗਾ। ਉਹ ਫਿਰ ਗੁਰੂ ਦੀ ਸੰਗਤ 'ਚ ਭੇਜਦਾ। ਸਬੱਬ ਕੋਈ ਬਣਾਵੇ, ਉਹ ਸਾਡੇ ਅੰਦਰ ਬੈਠਾ ਸਾਨੂੰ ਨਹੀਂ ਸੁਣਦਾ ਵੀ ਜਾ ਤੂੰ ਸਤਸੰਗ ਜਾ। ਉਹਨੂੰ ਇਸ ਗੱਲ ਦਾ ਪਤਾ ਵੀ ਇਹਨਾਂ ਨੂੰ ਮੇਰੀ ਗੱਲ ਨਹੀਂ ਸੁਣਨੀ,
ਉਹ ਫਿਰ ਸਬੱਬ ਬਣਦਾ ਹੈ। ਬਾਈ ਚਾਂਸ ਤੁਹਾਨੂੰ ਕੋਈ ਪਿਆਰਾ ਮਿਲ ਪਿਆ, ਆ ਯਾਰ ਕਥਾ ਵਾਰਤਾ ਸੁਣ ਕੇ ਆਈਏ। ਕੁਦਰਤ ਤੁਸੀਂ ਵੀ ਵਿਹਲੇ ਸੀ, ਉਸ ਦਿਨ ਅਚਾਨਕ ਤੁਸੀਂ ਸਤੋ ਗੁਣੀ ਸੀ, ਤੁਸੀਂ ਆਪਣੇ ਪਿਆਰੇ ਨੂੰ ਨਾ ਨਹੀਂ, ਚੱਲ ਯਾਰ ਜਿਵੇਂ ਤੂੰ ਕਹਿੰਦੇ ਕਰ ਲੈਣ, ਆ ਗਏ। ਪਰਮਾਤਮਾ ਨੇ ਉਸ ਵਿਅਕਤੀ ਰਾਹੀਂ ਤੁਹਾਨੂੰ ਸਤਸੰਗ 'ਚ ਭੇਜਤਾ। ਅੱਗੇ ਫਿਰ ਗੁਰੂ ਦਾ ਕੰਮ ਹੈ। ਫਿਰ ਗੁਰੂ ਦਾ ਕੰਮ ਹੈ ਕਿ ਜਿਹੜਾ ਬੰਦਾ ਸਤਸੰਗ 'ਚ ਆਉਂਦਾ ਰਹਿੰਦਾ ਹੈ, ਗੁਰੂ ਮਹਾਰਾਜ ਸਮਾਂ ਪਾ ਕੇ ਉਸ ਨੂੰ ਪਰਮਾਤਮਾ ਨਾਲ ਮਿਲਾ ਦਿੰਦੇ ਹਨ। ਪਰਮਾਤਮਾ ਕਿਸ 'ਤੇ ਦਇਆ ਕਰਦਾ? ਇਹ ਨਹੀਂ ਕਿਸੇ 'ਤੇ ਕਰਤੀ ਕਿਸੇ 'ਤੇ ਨਾ ਕੀਤੀ, ਫਿਰ ਉਹ ਪਰਮਾਤਮਾ ਹੀ ਕਹਦਾ। ਜਿਹੜਾ ਭਿੰਨ ਭਾਵ ਰੱਖੇ ਉਹ ਕਹਦਾ ਪਰਮਾਤਮਾ। ਪਰਮਾਤਮਾ ਦੀ ਨਜ਼ਰ ਦੇ ਸਾਰੇ ਬਰਾਬਰ ਨੇ, ਉਹ ਤਾਂ ਇੱਕੋ ਨਜ਼ਰ ਨਾਲ ਸਭ ਨੂੰ ਵੇਖਦਾ ਹੈ। ਉਹ ਸਾਡੇ ਪਿਛਲੇ ਜਨਮ ਦੇ ਕਿਸੇ ਸ਼ੁਭ ਕਰਮ ਨੂੰ ਵੇਖਦਾ ਹੈ, ਉਸ ਸ਼ੁਭ ਕਰਮ ਦਾ ਉਹਨੇ ਸਾਨੂੰ ਦੇਣਾ ਫਲ, ਫਿਰ ਉਹ ਸਾਨੂੰ ਸਤਸੰਗ 'ਚ ਭੇਜਦਾ, ਤਾਂ ਅਸੀਂ ਆਏ। ਐਕਚੁਅਲੀ ਸਾਡਾ ਕਰਮ ਹੀ ਸਾਨੂੰ ਲੈ ਕੇ ਆਇਆ, ਪਰ ਉਸ ਕਰਮ ਦੇ ਭੁਗਤਾਨ ਲਈ ਹੁਕਮ ਪਰਮਾਤਮਾ ਨੇ ਦਿੱਤਾ। ਉਹਨੇ ਆਪੇ ਵਿਧ ਬਣਾਈ, ਉਹਨੇ ਸਬੱਬ ਬਣਾਇਆ ਹੈ। ਮੰਨ ਲਓ ਪਰਮਾਤਮਾ ਨੇ ਤੁਹਾਨੂੰ ਅਮੀਰ ਕਰਨਾ, ਉਹਨੇ ਉੱਤੋਂ ਤੋਂ ਕੋਈ ਪੈਸਾ ਨਹੀਂ ਸੁੱਟਣਾ, ਉਹਨੇ ਉੱਤੋਂ ਕੋਈ ਬੋਰਾ ਪੈਸਿਆਂ ਦਾ ਨਹੀਂ ਸੁੱਟਣਾ, ਕੋਈ ਥੈਲਾ ਨਹੀਂ ਸੁੱਟਣਾ। ਉਹ ਵੀ ਜੋ ਵੀ ਤੁਸੀਂ ਕੰਮ ਕਰਦੇ ਹੋ ਉਹਦੇ 'ਚ ਬਰਕਤ ਪਾਉਣੀ ਸ਼ੁਰੂ ਕਰ ਦਿੰਦਾ ਹੈ। ਤੁਹਾਡਾ ਕਾਰੋਬਾਰ ਵਧਣਾ ਸ਼ੁਰੂ ਹੋ ਜਾਂਦਾ, ਹੌਲੀ 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 ਤੁਸੀਂ ਅਮੀਰ ਹੋ ਜਾਂਦੇ ਹੋ। ਜੇ ਉਹਨੇ ਬਹੁਤ ਛੇਤੀ ਤੁਹਾਨੂੰ ਅਮੀਰ ਕਰਨਾ ਹੈ, ਫਿਰ ਤੁਹਾਨੂੰ ਪ੍ਰੇਰਨਾ ਦੇਵੇਗਾ ਲਾਟਰੀ ਪਾ ਦੇ। ਤੁਸੀਂ ਕਿਸੇ ਦੇ ਕਹਿਣ 'ਤੇ ਫਿਰ ਲਾਟਰੀ ਪਾ ਦਿਓਗੇ, ਉਹ 15-20 ਦਿਨਾਂ ਬਾਅਦ ਨਿਕਲੇਗੀ, ਪਤਾ ਲੱਗੇਗਾ ਵੀ 1.5 ਕਰੋੜ ਨਿਕਲਿਆ। ਚਲੋ ਜੀ, ਉਦੋਂ ਫਿਰ ਬੰਦਾ ਕਹਿੰਦਾ ਰੱਬ ਜਦੋਂ ਦਿੰਦਾ ਛੱਪਰ ਪਾੜ ਕੇ ਦਿੰਦਾ, ਇਹਨੂੰ ਕਹਿੰਦੇ ਨੇ। ਕਹਾਵਤ ਹੈ, ਰੱਬ ਜਦੋਂ ਦਿੰਦਾ ਛੱਪਰ ਪਾੜ ਕੇ ਦਿੰਦਾ। ਵੀ ਛੰਨ ਸੀ ਕਦੇ ਛੱਪਰੀ ਸੀ, ਰੱਬ ਨੇ ਉਹਨੇ ਰਾਤੇ ਰਾਤ ਹੀ ਅਮੀਰ ਕਰਤਾ। ਇਹ ਹੈ ਛੱਪਰ ਪਾੜ ਕੇ ਦੇਣਾ। ਉਂਝ ਨਹੀਂ ਕੁਛ ਉੱਤੋਂ ਸੁੱਟਦਾ, ਉਹ ਤਾਂ ਅਨਨੈਚੁਰਲ ਹੋ ਜਾਏਗਾ, ਉਹ ਤਾਂ ਅਨਨੈਚੁਰਲ ਹੋ ਜਾਏਗਾ, ਉਹ ਤਾਂ ਕੁਦਰਤੀ ਨਹੀਂ ਹੋਵੇਗਾ। ਸਭ ਕੁਛ ਜੋ ਹੁੰਦਾ ਕੁਦਰਤੀ ਹੁੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਜਿਸ ਨੂੰ ਆਪ ਦਇਆਲ ਹੋਏ ਸੋ ਗੁਰਮੁਖ ਨਾਮ ਸਮਾਈ। ਜਿਸ 'ਤੇ ਪਰਮਾਤਮਾ ਦਿਆਲੂ ਹੁੰਦਾ, ਉਹ ਗੁਰੂ ਦੇ ਦਿੱਤੇ ਨਾਮ ਰਾਹੀਂ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਪੜ੍ਹ ਪੜ੍ਹ ਪੰਡਿਤ ਜੋਤ ਕੀ, ਵਾਦ ਕਰੈ ਵਿਚਾਰ। ਮਤ ਬੁੱਧ ਭਵੀ ਨ ਬੁਝਈ, ਅੰਤਰ ਲੋਭ ਵਿਕਾਰ। 184 ਭਰਮ ਦੇ, ਭਰਮ ਭਰਮ ਹੋਏ ਖੁਆਰ। ਪੂਰਬ ਲਿਖਿਆ ਕਮਾਵਣਾ, ਕੋਈ ਨ ਮੇਟਣ ਹਾਰ। ਪੜ੍ਹ ਪੜ੍ਹ ਪੰਡਿਤ ਜੋਤ ਕੀ, ਜੋਤ ਕੀ ਮੈਨੇ ਜੋਤਸ਼ੀ। ਪੰਡਿਤ ਧਾਰਮਿਕ ਗ੍ਰੰਥ ਪੜ੍ਹਦੇ ਨੇ, ਜੋਤਸ਼ੀ ਧਾਰਮਿਕ ਗ੍ਰੰਥ ਪੜ੍ਹਦੇ ਨੇ। ਵਾਦ ਕਰੈ ਵਿਚਾਰ, ਫਿਰ ਆਪੇ ਵਾਦ ਵਿਵਾਦ ਕਰਦੇ ਨੇ। ਧਰਮ ਬਹਿਸ ਦਾ ਵਿਸ਼ਾ ਨਹੀਂ ਹੈ, ਕਿਉਂਕਿ ਧਰਮ ਅਕਲ ਦਾ ਵਿਸ਼ਾ ਨਹੀਂ ਹੈ, ਧਰਮ ਸ਼ਰਧਾ ਦਾ ਵਿਸ਼ਾ ਹੈ। ਅਸੀਂ ਬਾਣੀ 'ਤੇ ਬਹਿਸ ਨਹੀਂ ਕਰਨ ਲੱਗ ਜਾਣੀ ਕਿ ਠੀਕ ਹੈ ਕਿ ਗਲਤ ਹੈ, ਐਂ ਹੋ ਸਕਦਾ ਕਿ ਨਹੀਂ ਹੋ ਸਕਦਾ ਹੈ, ਐਂ ਕਿਵੇਂ ਹੋਏਗਾ। ਧਰਮ ਬਹਿਸ ਦਾ ਵਿਸ਼ਾ ਨਹੀਂ ਹੈ, ਉਹ ਸਾਇੰਸ ਹੈ। ਤਾਂ ਕਿ ਸਾਇੰਸ ਤਰਕ 'ਤੇ ਖੜੀ ਹੈ। ਜਿਵੇਂ ਨਿਊਟਨ ਸੀ, ਉਹ ਵਿਚਾਰੇ ਨੂੰ ਹਿਸਾਬ ਨਹੀਂ ਸੀ ਆਇਆ ਕਰਦਾ, ਟੀਚਰ ਕੁੱਟ ਪੈਂਦੇ ਸੀ, ਉਹ ਸਕੂਲੋਂ ਭੱਜਿਆ ਕਰਦਾ ਸੀ। ਕਈ ਵਾਰੀ ਇੱਕ ਵਜੇ ਸਕੂਲੋਂ ਭੱਜ ਆਇਆ ਅਤੇ ਅੰਬ ਦੇ ਦਰਖਤ ਹੇਠਾਂ ਕੁਦਰਤੀ ਆ ਕੇ ਲੇਟ ਗਿਆ ਹੈ। ਉੱਤੋਂ ਇੱਕ ਅੰਬ ਡਿੱਗਿਆ, ਸੋਚਣ ਲੱਗ ਗਿਆ ਕਿ ਅੰਬ ਹੇਠਾਂ ਨੂੰ ਕਿਉਂ ਡਿੱਗਿਆ, ਉੱਪਰ ਨੂੰ ਕਿਉਂ ਨਹੀਂ ਗਿਆ।
ਹੈ ਨਾ ਤਰਕ। ਅਤੇ ਬਸ ਉਦੋਂ ਫਿਰ ਸੰਸਾਰ ਦਾ ਕਿੱਡਾ ਵੱਡਾ ਸਾਇੰਸਦਾਨ ਬਣਿਆ। ਲਾਅ ਆਫ ਗ੍ਰੈਵੀਟੇਸ਼ਨ ਉਸਨੇ ਦਿੱਤਾ ਕਿ ਧਰਤੀ ਦੇ ਵਿੱਚ ਆਕਰਸ਼ਣ ਸ਼ਕਤੀ ਹੈ, ਖਿੱਚਣ ਸ਼ਕਤੀ ਹੈ, ਇਸ ਲਈ ਅੰਬ ਹੇਠਾਂ ਡਿੱਗਿਆ। ਜੇ ਧਰਤੀ ਖਿੱਚਣ ਸ਼ਕਤੀ ਨਾ ਹੁੰਦੀ ਇਹ ਉੱਪਰ ਨੂੰ ਵੀ ਜਾ ਸਕਦਾ ਸੀ। ਪਹਿਲਾਂ ਕਿਸੇ ਨੇ ਵਿਚਾਰ ਹੀ ਨਹੀਂ ਕੀਤੀ। ਉਹੀ ਬੰਦਾ ਜਿਹੜਾ ਸਕੂਲੋਂ ਭੱਜਿਆ ਹੋਇਆ ਸੀ ਸਾਇੰਸਦਾਨ ਬਣ ਗਿਆ। ਇੱਕ ਉਹਨੇ ਲਾ ਦਿੱਤਾ। ਦੂਜਾ ਦਿੱਤਾ, ਜਿੱਡਾ ਵੱਡਾ ਐਕਸ਼ਨ ਸੰਸਾਰ 'ਚ ਓਡਾ ਵੱਡਾ ਹੀ ਰਿਐਕਸ਼ਨ ਹੁੰਦਾ। ਉਦਾਹਰਨ ਦਿੱਤੀ ਉਹਨੇ, ਕਹਿੰਦੇ ਗੇਂਦ ਹੈ, ਤੁਸੀਂ ਹੌਲੀ ਜਿਹੀ ਫਰਸ਼ 'ਤੇ ਮਾਰੋ ਉਹ ਥੋੜ੍ਹਾ ਉੱਠੇਗੀ, ਜ਼ੋਰ ਦੀ ਮਾਰੋ ਉਹ ਉਚਾਈ ਤੱਕ ਉੱਠੇਗੀ। ਇਸ ਲਈ ਜਿੱਡਾ ਵੱਡਾ ਐਕਸ਼ਨ ਓਡਾ ਵੱਡੇ ਰਿਐਕਸ਼ਨ ਪ੍ਰਤੀਕਿਰਿਆ ਹੁੰਦੀ ਹੈ। ਹਰ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ। ਅਤੇ ਧਰਮ ਵੀ ਇਸੇ ਗੱਲ 'ਤੇ ਖੜ੍ਹਾ ਕਿ ਜੋ ਤੁਸੀਂ ਕਰਮ ਕਰਦੇ ਹੋ ਉਹਦਾ ਤੁਹਾਨੂੰ ਫਲ ਮਿਲਣਾ। ਜਿਹੜਾ ਫਲ ਹੈ ਨਾ ਉਹ ਪ੍ਰਤੀਕਿਰਿਆ ਹੈ, ਉਹ ਰਿਐਕਸ਼ਨ ਹੈ। ਵੀ ਐਕਸ਼ਨ ਤੂੰ ਕਰ ਸਕਦਾ, ਤੇਰੀ ਮਰਜ਼ੀ ਹੈ ਗੇਂਦ ਹੌਲੀ ਸੁੱਟ, ਤੇਰੀ ਮਰਜ਼ੀ ਹੈ ਜ਼ੋਰ ਨਾ ਸੁੱਟ। ਹੌਲੀ ਸੁੱਟੇਗਾ ਗੇਂਦ ਥੋੜ੍ਹਾ ਉੱਚਾ ਉੱਠੇ, ਜ਼ੋਰ ਨਾ ਸੁੱਟੇਗਾ ਉਹ ਜ਼ਿਆਦਾ ਉੱਚੀ ਉੱਠੇਗੀ। ਛੋਟਾ ਕਰਮ ਕਰੇਗਾ ਛੋਟੀ ਸਜ਼ਾ ਮਿਲੇਗੀ, ਵੱਡਾ ਕਰਮ ਕਰੇਗਾ ਉਹਦਾ ਵੱਡਾ ਨਤੀਜਾ ਨਿਕਲੇਗਾ। ਹਰ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ। ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ, ਧਰਮ ਵੀ ਇਸ ਗੱਲ ਨੂੰ ਮੰਨਦਾ ਹੈ। ਇਸ ਲਈ ਇਹ ਬਹਿਸ ਦਾ ਵਿਸ਼ਾ ਨਹੀਂ। ਪੁਰਾਣੇ ਜ਼ਮਾਨੇ ਦੇ ਵਿੱਚ ਤੁਸੀਂ ਵੇਖਿਆ ਕੋਈ ਕਿਸੇ ਦੀ ਗੋਤ ਹੈ ਦਵੇਦੀ, ਕਿਸੇ ਦਾ ਤ੍ਰਿਵੇਦੀ, ਕਿਸੇ ਦਾ ਚਤੁਰਵੇਦੀ, ਕਿਸੇ ਦਾ ਬੇਦੀ। ਬੇਦੀ ਐਕਚੁਅਲੀ ਉਹਨੂੰ ਕਹਿੰਦੇ ਸੀ ਜਿਹਨੂੰ ਇੱਕ ਵੇਦ ਮੂੰਹ ਜ਼ਬਾਨੀ ਯਾਦ ਹੁੰਦਾ ਸੀ, ਉਹਨੂੰ ਕਹਿੰਦੇ ਇਹ ਵੇਦੀ ਹੈ। ਆਪਾਂ ਪੰਜਾਬੀ ਵਾਲੇ ਬੱਬੇ ਨਾਲ ਬੋਲਦੇ ਨੇ, ਬਸ ਇਹਨੇ ਬੇਦੀ ਬਣਾ ਲਿਆ। ਵੇਦੀ ਵੇਦ। ਦੇਵਵੇਦੀ ਜਿਹਨੂੰ 2 ਵੇਦ ਯਾਦ ਨੇ, ਤ੍ਰਿਵੇਦੀ ਜਿਹਨੂੰ 3 ਵੇਦ ਯਾਦ ਨੇ, ਚਤੁਰਵੇਦੀ ਜਿਹਨੂੰ 4 ਵੇਦ ਮੂੰਹ ਜ਼ਬਾਨੀ ਯਾਦ ਨੇ। ਫਿਰ ਉਹਨੂੰ ਹਉਮੈ ਹੋ ਜਾਂਦੀ ਸੀ ਵੀ ਮੈਨੂੰ ਬੜਾ ਗਿਆਨ ਹੈ। ਇੱਕ ਵਾਰੀ ਚਤੁਰਵੇਦੀ ਸੀ ਇੱਕ ਕਬੀਰ ਸਾਹਿਬ ਦੇ ਵੇਲੇ, ਉਹਨੂੰ ਬੜੀ ਹਉਮੈ, ਮੈਨੂੰ ਇੰਨਾ ਗਿਆਨ ਹੈ। ਉਹਨੂੰ ਪੁੱਛੇ, ਭਲਿਆ ਮਾਨਸਾ ਇਹ ਤਾਂ ਤੂੰ ਰੱਟਾ ਲਾਇਆ ਹੋਇਆ ਹੈ, ਇਹ ਤੇਰਾ ਆਪਣਾ ਗਿਆਨ ਥੋੜ੍ਹਾ ਹੀ ਹੈ। ਅਸਲ ਗਿਆਨ ਉਹ ਹੁੰਦਾ ਜਿਹੜਾ ਆਪਣਾ ਸਾਡਾ ਹੋਵੇ। ਜੋ ਮੈਂ ਤੁਹਾਡੇ ਨਾਲ ਬੋਲ ਰਿਹਾ ਇਹ ਮੇਰਾ ਗਿਆਨ ਨਹੀਂ ਹੈ, ਇਹ ਤਾਂ ਬਾਣੀ ਦਾ ਗਿਆਨ ਹੈ। ਹਾਂ, ਨਾਮ ਜਪਦਿਆਂ 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 ਜਦੋਂ ਮੈਨੂੰ ਪਰਮਾਤਮਾ ਮਿਲ ਜਾਏਗਾ, ਫਿਰ ਜੋ ਮੈਂ ਬੋਲਾਂਗਾ ਆਹੀ ਕੁਛ ਹੀ ਬੋਲਾਂਗਾ। ਮੇਰਾ ਗਿਆਨ ਵੀ ਬਾਣੀ ਵਾਲਾ ਗਿਆਨ ਹੋ ਜਾਏਗਾ, ਕਿਉਂਕਿ ਜਿੰਨੇ ਸੰਸਾਰ ਦੇ ਬ੍ਰਹਮ ਗਿਆਨੀ ਨੇ ਇੱਕੋ ਹੀ ਗਿਆਨ ਹੁੰਦਾ ਸਭ ਦਾ। ਸਭ ਦਾ ਇੱਕੋ ਪ੍ਰਕਾਰ ਦਾ ਗਿਆਨ ਹੈ, ਕਿਉਂਕਿ ਜਿਨ੍ਹਾਂ ਨੇ ਬ੍ਰਹਮ ਨੂੰ, ਰੱਬ ਨੂੰ ਜਾਣ ਲਿਆ, ਇੱਕੋ ਜਿਹਾ ਗਿਆਨ ਉਹਨਾਂ ਦਾ ਹੋਏਗਾ। ਇਹ ਤਾਂ ਸਾਡਾ ਸੁਣਿਆ ਸੁਣਾਇਆ ਪੜ੍ਹਿਆ ਪੜ੍ਹਾਇਆ ਗਿਆਨ ਹੈ। ਇਸ 'ਤੇ ਅਸੀਂ ਮਾਣ ਨਹੀਂ ਕਰ ਸਕਦੇ ਵੀ ਮੈਨੂੰ ਬਹੁਤ ਗਿਆਨ। ਇਹ ਤਾਂ ਰੱਟਾ ਲਾਇਆ ਹੋਇਆ। ਕਈ ਦੇ ਰੱਟੇ ਚੰਗੇ ਤਗੜੇ ਹੁੰਦੇ ਨੇ, ਸਾਰਾ ਗੁਰੂ ਗ੍ਰੰਥ ਸਾਹਿਬ ਵੀ ਯਾਦ ਕਰ ਸਕਦੇ ਨੇ। ਪਰ ਸਿੱਖ ਧਰਮ ਦੇ ਵਿੱਚ ਮਹਾਨਤਾ ਕਰਮ ਦੀ ਹੈ, ਯਾਦ ਕਰਨ ਦੀ ਨਹੀਂ। ਵੀ ਤੁਹਾਨੂੰ ਬਹੁਤ ਬਾਣੀ ਯਾਦ ਹੈ ਜੀ ਅਤੇ ਤੁਹਾਨੂੰ ਮੁਕਤੀ ਮਿਲ ਜਾਏਗੀ। ਨੋ, ਅਗਰ ਮੇਰੇ ਕਰਮ ਹੀ ਸਹੀ ਨਹੀਂ, ਉਂਝ ਮੈਨੂੰ ਬਾਣੀ ਪੜ੍ਹਨੀ ਵੀ ਆਉਂਦੀ ਹੈ, ਪੜ੍ਹਾਉਣੀ ਵੀ ਆਉਂਦੀ ਹੈ, ਕਥਾ ਵੀ ਆਉਂਦੀ ਹੈ, ਕੀਰਤਨ ਵੀ ਆਉਂਦਾ, ਜ਼ਬਾਨੀ ਵੀ ਮੰਨ ਲਓ ਮੈਨੂੰ ਬਹੁਤ ਬਾਣੀ ਆਉਂਦੀ, ਤਾਂ ਵੀ ਮੈਂ ਮੁਕਤ ਨਹੀਂ ਹੋ ਸਕਦਾ ਅਗਰ ਮੇਰੇ ਕਰਮ ਨਹੀਂ ਠੀਕ। ਤਾਂ ਹੀ ਗੁਰਬਾਣੀ ਕਹਿੰਦੇ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਸੋ ਸਿੱਖ ਧਰਮ 'ਚ ਇਹੋ ਜਿਹੀ ਵਿਦਵਤਾ ਦੀ ਕੋਈ ਬਹੁਤੀ ਮਾਨਤਾ ਨਹੀਂ ਹੈ। ਕਰਮ ਦੀ ਮਹਾਨਤਾ, ਕਰਮ ਪ੍ਰਧਾਨ ਹੈ। ਵੀ ਜਿਹੋ ਜਿਹੇ ਤੁਸੀਂ ਕਰਮ ਕਰੋਗੇ ਉਹੋ ਜਿਹੇ ਤੁਸੀਂ ਹੋਵੋਗੇ। ਸੋ ਤਾਂ ਅਸੀਂ ਕਹਿੰਦੇ, ਪੜ੍ਹ ਪੜ੍ਹ ਪੰਡਿਤ ਜੋਤ ਕੀ, ਵਾਦ ਕਰੈ ਵਿਚਾਰ। ਵਾਦ ਵਿਵਾਦ ਕਰਦੇ ਨੇ। ਮਤ ਬੁੱਧ ਭਵੇ,
ਉਹਨਾਂ ਦੀ ਮੱਤ ਹੀ ਫਿਰ ਗਈ ਹੈ, ਕਹਿੰਦੇ ਉਹਨਾਂ ਦੀ ਮੱਤ ਮਾਰੀ ਗਈ ਹੈ। ਨਾ ਬੁਝੀ, ਉਹਨਾਂ ਨੂੰ ਸੋਝੀ ਨਹੀਂ ਪਰਮਾਤਮਾ ਦੀ। ਅੰਤਰ ਲੋਭ ਵਿਕਾਰ, ਕਿਉਂਕਿ ਅੰਦਰ ਲੋਭ ਰੂਪੀ ਬੁਰਾਈ ਹੈ। ਉਹ ਪੈਸੇ ਦੀ ਖਾਤਰ ਬਹਿਸਾਂ ਕਰਦੇ ਨੇ, ਬਹਿਸਾਂ ਕਰਦੇ ਵੀ ਇਹਦੇ ਨਾਲ ਕਮਾਈ ਹੋਵੇਗੀ। ਇਸ ਲਈ ਉਹਨਾਂ ਦੀ ਮੱਤ ਬਦਲ ਭੌਂ ਗਈ ਹੈ, ਉਹਨਾਂ ਦੀ ਮੱਤ ਮਾਰੀ ਗਈ ਹੈ। ਉਹਨਾਂ ਨੂੰ ਪਰਮਾਤਮਾ ਦੀ ਤਾਂ ਸੋਝੀ ਨਹੀਂ ਹੈਗੀ। 184 ਭਰਮ ਦੇ ਭਰਮ ਹੋਏ ਖੁਆਰ। ਉਹ 84 ਲੱਖ ਜੂਨੀਆਂ 'ਚ ਭਟਕਦੇ ਰਹਿੰਦੇ ਹਨ, ਭਟਕ ਕੇ ਖੁਆਰ ਹੁੰਦੇ ਰਹਿੰਦੇ ਹਨ। ਉਹ ਖੁਆਰ ਹੁੰਦੇ ਨੇ। ਹੁਣ ਗੁਰੂ ਮਹਾਰਾਜ ਕਹਿੰਦੇ ਉਹਨਾਂ ਦਾ ਵੀ ਕੀ ਕਸੂਰ ਹੈ, ਉਹ ਵੀ ਕੀ ਕਰਨ। ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ। ਪੂਰਬ ਲਿਖਿਆ ਜੋ ਉਹਨਾਂ ਦੀ ਕਿਸਮਤ 'ਚ ਲਿਖਿਆ ਹੋਇਆ, ਜੋ ਉਹਨਾਂ ਦੀ ਕਿਸਮਤ 'ਚ ਲਿਖਿਆ ਉਹਦੇ ਅਨੁਸਾਰ ਉਹ ਕਰਮ ਕਰਦੇ ਨੇ, ਅਤੇ ਉਹਦੇ ਕਰਮਾਂ ਨੂੰ ਕੋਈ ਮਿਟਾਉਣ ਵਾਲਾ ਨਹੀਂ ਹੈ। ਜਦੋਂ ਮੰਨ ਲਓ ਕੋਈ ਪਿਛਲੇ ਜਨਮ 'ਚ ਸਾਰੀ ਉਮਰ ਚੋਰੀਆਂ ਕਰਦਾ ਰਿਹਾ, ਉਹਦੇ ਕੀ ਕਰਮ ਬਣ ਗਿਆ, ਉਹਦੀ ਅਗਲੀ ਕਿਸਮਤ ਦਾ ਇੱਕ ਹਿੱਸਾ ਹੋ ਗਿਆ। ਉਹ ਫਿਰ ਜਿਹੜਾ ਹੈ, ਚਾਹੇ ਉਹ ਗੁਰਦੁਆਰੇ ਦਾ ਕਿਉਂ ਨਾ ਕੋਈ ਲੱਗ ਜਾਏ, ਉਹ ਫਿਰ ਵੀ ਮੌਕਾ 'ਤੇ ਗੁਰਦੁਆਰੇ ਚੋਰੀ ਕਰੇਗਾ। ਕਿਉਂ? ਮਗਰਲਾ ਸੰਸਕਾਰ ਹੀ ਐਡਾ ਤਗੜਾ ਉਹਦਾ। ਗੁਰਦੁਆਰੇ ਵਾਲਿਆਂ ਨੂੰ ਬਾਹਰਲੇ ਲੋਕਾਂ ਤੋਂ ਚੋਰੀ ਦਾ ਖਤਰਾ ਨਹੀਂ। ਗੁਰਦੁਆਰੇ ਜਿਹੜੇ ਗੋਲਕਾਂ ਨੂੰ ਜੰਦਰੇ ਲਾਉਂਦੇ ਹਨ, ਉਹ ਸੰਗਤ ਤੋਂ ਉਹਨਾਂ ਨੂੰ ਖਤਰਾ ਨਹੀਂ। ਜਿਹੜੇ ਉੱਥੇ ਕਰਮਚਾਰੀ ਨੇ ਗੁਰਦੁਆਰੇ ਦੇ ਵਿੱਚ, ਉਹਨਾਂ ਤੋਂ ਹੀ ਖਤਰਾ ਹੈ ਕਿ ਜੇ ਜੰਦਰਾ ਨਾਲ ਇਹਨੇ ਪੈਸੇ ਕੱਢ ਲੈਣੇ, ਇਹਨੇ ਕੱਢ ਲੈਣੇ। ਹੁਣ ਕੋਈ ਇਤਿਹਾਸਕ ਗੁਰਦੁਆਰਾ ਦੇਖ ਲਓ, ਦੋ ਕਈ ਵਾਰੀ ਜੰਦਰੇ ਲਾਏ ਦੇ, ਬੜੀ ਲੰਮੀ ਗੋਲ ਦੋ ਲਾਏ ਦੇ, ਉੱਤੇ ਸੀਲ ਵੀ ਲਾਈ ਹੁੰਦੀ ਹੈ, ਸੀਲ ਵੀ ਲਾਈ ਹੁੰਦੀ। ਇੱਕ ਹਰ ਵਕਤ ਕੋਲ ਬਰਛੇ ਵਾਲਾ ਜਾਂ ਹੋਰ ਕੋਈ ਬੰਦਾ ਗੋਲਕ ਦੇ ਕੋਲ ਖੜ੍ਹਾ ਹੁੰਦਾ। ਤੁਸੀਂ ਪੈਸੇ ਪਾਉਣੇ, ਜੇ ਬਾਹਰ ਰਹਿ ਜੇ ਤਾਂ ਉਹਨਾਂ ਕੋਲ ਲੋਹੇ ਦਾ ਪੱਤਰ ਆ ਜਾ, ਉਹਦੇ ਵਿੱਚ ਕਰਦੇ ਰਹੇ ਖੜ੍ਹੇ ਨਾ। ਜੰਦਰਾ ਵੀ ਲੱਗ ਜਾਂਦਾ ਰਾਤ ਨੂੰ, ਗੁਰਦੁਆਰੇ ਨੂੰ ਬੰਦ ਹੋ ਜਾਂਦਾ। ਬਾਹਰ ਪਹਿਰਾ ਵੀ ਲੱਗ ਜਾਂਦਾ ਹੈ, ਸੁਣਨਾ ਨਹੀਂ ਛੱਡਦੇ ਇਤਿਹਾਸਕ ਗੁਰਦੁਆਰੇ, ਪਹਿਰਾ ਵੀ ਲੱਗਦਾ। ਫਿਰ ਗੋਲਕ ਨੂੰ ਜੰਦਰਾ ਕਿਉਂ ਲਾਇਆ ਹੋਇਆ? ਸੋਚਣ ਵਾਲੀ ਗੱਲ ਤਾਂ ਇਹ ਹੈ, ਇਹੀ ਹੈ ਕਿ ਜਿਹੜੇ ਗੁਰਦੁਆਰੇ ਦੇ ਵਿੱਚ ਕਰਮਚਾਰੀ ਨੇ, ਉਹੀ ਚੋਰੀ ਕਰ ਲੈਣਗੇ। ਉਹਨਾਂ ਤੋਂ ਵਿਚਾਲੇ ਗੋਲਕਾਂ ਜੰਦਰੇ ਲੱਗੇ ਨੇ, ਸਾਡੇ ਤੋਂ ਨਹੀਂ ਲੱਗੇ ਹੋਏ, ਸਾਡੇ ਲੱਗੇ ਹੋਏ। ਸੋ ਇਸ ਲਈ ਕਿਉਂ ਹੁਣ ਉਹਨਾਂ ਵਿੱਚੋਂ ਕੌਣ ਚੋਰੀ ਕਰਦਾ ਹੈ? ਜਿਹੜਾ ਪਿਛਲੇ ਜਨਮ ਵਿੱਚ ਚੋਰ ਰਿਹਾ ਹੈ। ਜਿਹੜਾ ਪਿਛਲੇ ਜਨਮ ਵਿੱਚ ਚੋਰ ਰਿਹਾ ਹੈ, ਉਹਨੂੰ ਚਾਹੇ ਗੁਰਦੁਆਰੇ ਦੇ ਵਿੱਚ ਕੰਮ 'ਤੇ ਲਾ ਦਿਓ, ਪਾਠੀ ਬਣਾ ਦਿਓ, ਕੀਰਤਨੀਆ ਬਣਾ ਦਿਓ, ਕਥਾਕਾਰ ਬਣਾ ਦਿਓ, ਪ੍ਰਬੰਧਕ ਲਾ ਦਿਓ, ਜੋ ਮਰਜ਼ੀ ਲਾ ਦਿਓ, ਉਹੀ ਚੋਰੀ ਕਰੇਗਾ, ਕਿਉਂਕਿ ਉਹਦੀ ਆਦਤ ਹੈ। ਉਹ ਬਹੁਤ ਸਮੇਂ ਬਾਅਦ ਕਿਤੇ ਜਾ ਕੇ ਉਹ ਸੰਸਕਾਰ ਮਿਟੇਗਾ, ਫਿਰ ਉਹ ਜਿਹੜਾ ਹੈ ਇਮਾਨਦਾਰ ਹੋਵੇਗਾ। ਤਾਂ ਕਹਿੰਦੇ ਜਿਨ ਕੋ ਪੂਰਬ ਲਿਖਿਆ, ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ। ਹੁਣ ਜਿਹੜਾ ਉਹਦੀ ਕਿਸਮਤ 'ਚ ਹੀ ਲਿਖ ਦਿੱਤਾ ਹੈ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਉਹ ਉਸੇ ਤਰ੍ਹਾਂ ਹੀ ਫਿਰ ਕਰਦਾ ਰਹਿੰਦਾ, ਭੋਗਦਾ ਰਹਿੰਦਾ ਹੈ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਸ਼ਬਦ ਮਿਲੈ ਤਾਂ ਹਰ ਮਿਲੈ, ਸੇਵਾ ਪਵੈ ਸਭ ਥਾਈਂ। ਪਾਰਸ ਪਰਸੈ ਪਾਰਸ ਹੋਏ, ਜੋਤੀ ਜੋਤ ਸਮਾਏ। ਜਿਨ ਕੋ ਪੂਰਬ ਲਿਖਿਆ, ਤਿਨ ਸਤਿਗੁਰ ਮਿਲਿਆ ਆਏ। ਸਤਿਗੁਰ ਕੀ ਸੇਵਾ ਗਾਖੜੀ, ਗਾਖੜੀ ਦਾ ਔਖੀ, ਗਾਖੜੀ ਮਨੇ ਔਖੀ। ਗੁਰੂ ਦੀ ਸੇਵਾ ਕਰਨੀ ਔਖੀ ਹੁੰਦੀ, ਇਹ 'ਚ ਕੋਈ ਸ਼ੱਕ ਨਹੀਂ। ਸੰਤ ਈਸ਼ਰ ਸਿੰਘ ਜੀ ਮਹਾਰਾਜ ਪਿਛਲੇ ਜਨਮ ਦੇ ਸੰਸਕਾਰਾਂ ਕਾਰਨ 9ਵੀਂ 'ਚ ਪੜ੍ਹਦੇ ਸਨ, ਅਤੇ ਰੇਰੂ ਵਾਲੇ ਸੰਤਾਂ ਕੋਲ, ਸੰਤ ਅਤਰ ਸਿੰਘ ਜੀ ਮਹਾਰਾਜ, ਉਸ ਵੇਲੇ 2 ਸੰਤ ਅਤਰ ਸਿੰਘ ਸਨ,
ਇੱਕ ਰੇਰੂ ਸਾਹਿਬ ਹੈ, ਦੁਰਾਹੇ ਦੇ ਨਜ਼ਦੀਕ ਹੈ, 5-7 ਕਿਲੋਮੀਟਰ ਦੇ। ਦੂਜੇ ਸੰਤ ਅਤਰ ਸਿੰਘ ਜੀ ਸਨ, ਮਸਤੂਆਣੇ ਵਾਲੇ। ਉਂਝ ਚੀਮੇ ਪੈਦਾ ਹੋਏ ਸਨ, ਫਿਰ ਰਹੇ ਬਹੁਤਾ ਸਮਾਂ ਮਸਤੂਆਣੇ। ਇਹ ਦੋਨੋਂ ਸਮਕਾਲੀ ਸਨ, ਔਰ ਦੋਨਾਂ ਦੀ ਜਿਹੜੀ ਡੈਥ ਹੈ ਸਿਰਫ 13 ਦਿਨਾਂ ਦਾ ਫਰਕ ਸੀ। ਦੋਨਾਂ ਨੇ 1927 'ਚ ਸਰੀਰ ਤਿਆਗਿਆ ਸੀ। ਖੈਰ, ਪਿਛਲੇ ਜਨਮਾਂ ਦੇ ਸੰਬੰਧ ਹੋਣ ਕਾਰਨ ਸੰਤ ਈਸ਼ਰ ਸਿੰਘ ਜੀ ਮਹਾਰਾਜ 9ਵੀਂ ਦਾ ਇਮਤਿਹਾਨ ਦੇ ਕੇ ਰੇਰੂ ਸਾਹਿਬ ਚਲੇ ਗਏ। ਮਹਾਂਪੁਰਖਾਂ ਨੂੰ ਮਿਲੇ, ਜੀ ਮੈਂ ਇੱਥੇ ਰਹਿਣਾ ਤੁਹਾਡੇ ਡੇਰੇ 'ਤੇ। ਉਹ ਕਹਿੰਦੇ ਕਾਕਾ ਤੂੰ ਕੀ ਕੰਮ ਕਰਦਾ? ਕਹੇ ਜੀ ਮੈਂ 9ਵੀਂ ਦਾ ਇਮਤਿਹਾਨ ਦਿੱਤਾ ਹੈ। ਕਹਿੰਦੇ ਦੇਖੋ ਕਾਕਾ, ਸੰਸਾਰਿਕ ਪੜ੍ਹਾਈ ਵੀ ਜ਼ਰੂਰੀ ਹੁੰਦੀ ਹੈ। ਤੂੰ ਆਏ, ਹੁਣ ਤੂੰ ਅੰਮ੍ਰਿਤ ਛਕ ਲੈ, 10ਵੀਂ ਦਾ ਇਮਤਿਹਾਨ ਦੇ ਕੇ ਫਿਰ ਤੂੰ ਆਈ। ਵੀ ਪੜ੍ਹਾਈ ਵਿਚਾਲੇ ਨਹੀਂ ਛੱਡੀ ਦੀ ਹੁੰਦੀ। ਸਿਆਣਾ ਕਿ ਸਿਆਣਪ ਕੀਤੀ। ਚਲੋ ਅੰਮ੍ਰਿਤ ਛਕ ਲਿਆ, ਆ ਗਏ। 10ਵੀਂ ਦਾ ਇਮਤਿਹਾਨ ਦੇ ਕੇ ਫਿਰ ਚਲੇ ਗਏ। ਕਹੇ ਜੀ ਮੈਂ ਇੱਥੇ ਡੇਰੇ 'ਤੇ ਰਹਿਣਾ। ਮਹਾਂਪੁਰ ਕਹਿੰਦੇ ਭਾਈ ਡੇਰਿਆਂ 'ਤੇ ਰਹਿਣਾ ਬਹੁਤ ਔਖਾ ਹੈ। ਨਾ ਜੀ। ਕਹਿੰਦੇ ਭਾਈ ਇੱਥੇ ਬਹੁਤ ਰਹਿਣਾ ਔਖਾ ਹੈ, ਸੌਖਾ ਨਹੀਂ ਹੈ। ਕਿਤੇ ਨਾ ਲੱਗਦਾ ਹੋਵੇ ਵੀ ਸੌਖਾ ਹੈ ਇੱਥੇ। ਨਾ ਜੀ ਮੈਂ ਤਾਂ ਇੱਥੇ ਰਹਿਣਾ, ਭਜਨ ਬੰਦਗੀ ਕਰਨੇ ਡੇਰੇ 'ਤੇ ਰਹਿ ਕੇ। ਕਹਿੰਦੇ ਸਾਡੀਆਂ ਫਿਰ 9 ਸ਼ਰਤਾਂ ਨੇ, ਉਹ ਮੰਨਣੀਆਂ ਪੈਣਗੀਆਂ। ਕਿ ਦੱਸੋ ਜੀ? ਕਿ ਨੰਬਰ 1 ਥੋੜ੍ਹਾ ਖਾਣਾ, ਨੰਬਰ 2 ਥੋੜ੍ਹਾ ਸੌਣਾ, ਨੰਬਰ 3 ਥੋੜ੍ਹੇ ਲੋਕਾਂ ਨੂੰ ਮਿਲਣਾ, ਨੰਬਰ 4 ਥੋੜ੍ਹੀਆਂ ਗੱਲਾਂ ਕਰਨੀਆਂ, ਨੰਬਰ 5 ਸਿਮਰਨ ਕਰਨਾ, ਨੰਬਰ 6 ਬਾਣੀ ਪੜ੍ਹਨੀ ਹੈ, ਨੰਬਰ 7 ਧਾਰਮਿਕ ਗ੍ਰੰਥ ਪੜ੍ਹਨੇ ਨੇ, ਨੰਬਰ 8 ਸੇਵਾ ਕਰਨੀ ਹੈ, ਨੰਬਰ 9 ਜੇ ਤੈਨੂੰ ਕੋਈ ਅਵਾ ਤਵਾ ਬੋਲੇ ਅੱਗੋਂ ਚੁੱਪ ਰਹਿਣਾ। ਉਹਨੇ 9 ਦੀਆਂ 9 ਗੱਲਾਂ ਦੁਬਾਰਾ ਰਿਪੀਟ ਕਰਤੀਆਂ। ਕਹਿੰਦੇ ਕਾਕਾ ਫਿਰ ਸੁਣ ਲੈ, ਥੋੜ੍ਹਾ ਖਾਣਾ, ਥੋੜ੍ਹਾ ਸੌਣਾ, ਥੋੜ੍ਹੇ ਲੋਕਾਂ ਨੂੰ ਮਿਲਣਾ, ਥੋੜ੍ਹੀਆਂ ਗੱਲਾਂ ਕਰਨੀਆਂ, ਨਾਮ ਜਪਣਾ, ਬਾਣੀ ਪੜ੍ਹਨੀ ਹੈ, ਧਾਰਮਿਕ ਗ੍ਰੰਥ ਪੜ੍ਹਨੇ ਨੇ, ਸੇਵਾ ਕਰਨੀ ਹੈ, ਅਤੇ ਜੇ ਤੈਨੂੰ ਕੋਈ ਅਵਾ ਤਵਾ ਬੋਲੇ ਅੱਗੋਂ ਚੁੱਪ ਰਹਿਣਾ। ਕਿ ਮਨਜ਼ੂਰ ਹੈ? ਕਿ ਹਾਂ ਮਨਜ਼ੂਰ ਹੈ। ਕਿਤੇ ਰਹਿ ਲਾ ਫਿਰ। ਅਤੇ 4 ਸਾਲ ਰਹੇ ਅਤੇ ਸੰਤ ਬਣ ਕੇ ਬਾਹਰ ਆਏ। ਹੈ ਤਾਂ ਔਖਾ ਨਾ। ਹੁਣ 3 ਰੋਟੀਆਂ ਖਾਣ, ਸਵੇਰੇ 3, ਦੁਪਹਿਰੇ 3, ਰਾਤ ਖਾ ਕੇ ਇੱਕੋ ਇੱਕ ਹੀ ਖਾਣੀ ਹੈ। ਇੱਕ ਸਵੇਰੇ, ਇੱਕ ਦੁਪਹਿਰੇ, ਸ਼ਾਮ। ਦੇਖੋ ਨਾ ਜੇ ਚੌਥੇ 5 ਦਿਨ ਭੱਜਾ ਵੇਖ ਲਾ। 6 ਘੰਟੇ ਸੌਣ ਵਾਲੇ ਦੇ ਕਹਿੰਦੇ ਸਿਰਫ 3 ਘੰਟੇ ਹੀ ਸੌਣੇ, ਬਾਕੀ ਬਸ ਲੱਗੇ ਰਹੋ ਵਾਹਿਗੁਰੂ ਵਾਹਿਗੁਰੂ ਕਰੋ। ਅਤੇ ਬੜਾ ਔਖਾ। ਸੋ ਉੱਥੇ ਰਹਿਣਾ ਕੋਈ ਸੌਖਾ ਕੰਮ ਨਹੀਂ ਹੁੰਦਾ। ਭਜਨ ਬੰਦਗੀ ਕਰਨੀ ਵੈਸੇ ਹੀ ਔਖੀ ਹੁੰਦੀ ਹੈ। ਖੈਰ, ਗੁਰੂ ਮਹਾਰਾਜ ਕਹਿੰਦੇ ਸਤਿਗੁਰ ਕੀ ਸੇਵਾ ਗਾਖੜੀ। ਗੁਰੂ ਦੀ ਸੇਵਾ ਕਰਨੀ ਔਖੀ ਹੈ। ਸਿਰ ਦੀਜੈ ਆਪ ਗਵਾਏ। ਆਪਣਾ ਸਿਰ ਅਰਪਣ ਕਰਨਾ ਪੈਂਦਾ। ਸਿਰ ਤੋਂ ਇੱਥੇ ਮਤਲਬ ਇਹ ਨਹੀਂ ਕਿ ਅਸੀਂ ਸਿਰ ਵੱਢ ਕੇ ਗੁਰੂ ਨੂੰ ਦੇ ਦੇਣਾ, ਨਹੀਂ। ਹਾਲਾਂਕਿ ਗੁਰੂ ਮਹਾਰਾਜ ਨੇ ਸਿਰ ਦੀ ਮੰਗ ਵੀ ਕੀਤੀ ਸੀ ਕਿ ਮੈਨੂੰ ਇੱਕ ਸਿਰ ਚਾਹੀਦਾ, ਅਤੇ ਅਗਲੇ ਤਿਆਰ ਹੋ ਗਏ ਸਨ। ਹੁਣ ਤਾਂ ਸ਼ਾਇਦ ਗੁਰੂ ਸਾਡੇ ਤੋਂ ਸਿਰ ਮੰਗੇ ਆਪਾਂ ਕੋਈ ਤਿਆਰ ਹੋ ਜਾਵੇ, ਕਿਹੜਾ ਉਹਨਾਂ ਨੂੰ ਮਾਰਨਾ ਹੈ। ਕਿਉਂ? ਸਾਡੇ ਸਾਹਮਣੇ ਉਦਾਹਰਨ ਹੈ 5 ਪਿਆਰਿਆਂ ਦੀ। ਵੀ ਉਹਨਾਂ ਨੇ ਗੁਰੂ ਮਹਾਰਾਜ ਨੇ ਕਿਹੜਾ ਮਾਰਿਆ ਸੀ? ਜਿਉਂਦੇ ਕਰਤੇ ਸੀ, ਦੁਬਾਰਾ ਭਾਵੇਂ ਮਾਰ ਦਿੱਤੇ ਸੀ, ਜਿਉਂਦੇ ਕਰਤੇ। ਹੁਣ ਪਤਾ ਨਹੀਂ ਸ਼ਾਇਦ ਕਈ ਤਿਆਰ ਹੋ ਜਾਣਾ। ਹਾਂ ਜੀ ਮੈਂ ਵੀ ਤਿਆਰ ਹਾਂ, ਮੈਂ ਵੀ ਤਿਆਰ ਹਾਂ। ਅਤੇ ਜੇ ਸੱਚੀ ਇੱਕ ਦਾ ਸਿਰ ਲਾ ਦੇਣ ਸਟੇਜ 'ਤੇ, ਬਾਕੀ ਭੱਜ ਭੁੱਜ ਜਾਣਗੇ। ਇੱਥੇ ਸਿਰ ਦੇਣ ਤੋਂ ਮਤਲਬ ਹੈ ਕਿ ਆਪਣੀ ਮੱਤ ਗੁਰੂ ਨੂੰ ਅਰਪਣ ਕਰ ਦੇਣੀ, ਮਨ ਮੱਤ ਛੱਡਣੀ ਹੈ, ਗੁਰਮਤਿ ਗ੍ਰਹਿਣ ਕਰਨੀ। ਇਹੀ ਸਭ ਤੋਂ ਔਖਾ ਕੰਮ। ਸੁਭਾਅ ਬਦਲਣਾ ਬੜਾ ਔਖਾ ਹੈ, ਵਿਚਾਰ ਬਦਲਣੇ ਬੜੇ ਔਖੇ ਨੇ, ਆਪਣੀ ਮੱਤ ਛੱਡਣਾ ਬੜੀ ਔਖੀ ਹੈ। ਆਪਾਂ ਮਨਮਤੀਏ ਹਾਂ,
ਇਹ ਮਨ ਮਤ ਛੱਡ ਕੇ ਗੁਰ ਮਤ ਗ੍ਰਹਿਣ ਕਰਨੀ ਪੈਣੀ ਹੈ। ਇਹ ਹੈ ਸਿਰ ਦੇਣਾ। ਆਪ ਗਵਾਏ, ਆਪ ਨੇ ਹਉਮੈ, ਅੰਦਰੋਂ ਹਉਮੈ ਵੀ ਖਤਮ ਕਰਨੀ ਹੈ। ਇਸ ਲਈ ਗੁਰੂ ਦੀ ਸੇਵਾ ਔਖੀ ਹੈ। ਸ਼ਬਦ ਮਿਲੈ ਤਾਂ ਹਰ ਮਿਲੇ। ਜਿਹੜੇ ਗੁਰੂ ਦੇ ਸ਼ਬਦ ਨਾਲ ਮਿਲ ਜਾਂਦੇ ਹਨ ਉਹੀ ਹਰੀ ਨੂੰ ਮਿਲਦੇ ਨੇ। ਜਿਹੜੇ ਨਾਮ ਨਾਲ ਮਿਲਦੇ ਹੀ ਨਹੀਂ ਹੈਗੇ ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਸੇਵਾ ਪਵੈ ਸਭ ਥਾਈਂ। ਜਦੋਂ ਫਿਰ ਉਹ ਸ਼ਬਦ ਨਾਲ ਮਿਲਦੇ ਨੇ, ਬਾਣੀ ਨਾਮ ਦੇ ਅਨੁਸਾਰ ਜੀਵਨ ਜਿਉਂਦੇ ਨੇ, ਉਹਨਾਂ ਨੂੰ ਫਿਰ ਹਰੀ ਮਿਲ ਪੈਂਦਾ ਹੈ। ਉਹਨਾਂ ਦੀ ਕੀਤੀ ਸੇਵਾ ਥਾਂ ਪੈ ਜਾਂਦੀ, ਪਰ ਕਬੂਲ ਹੋ ਜਾਂਦੀ, ਮਨਜ਼ੂਰ ਹੋ ਜਾਂਦੀ। ਫਿਰ ਸੇਵਾ ਐਵੇਂ ਨਹੀਂ ਜਾਂਦੀ। ਤਾਂ ਹੀ ਗੁਰੂ ਬੜੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਨਾ, ਹਉਮੈ ਵਿੱਚੋਂ ਜਾਏ। ਇਸ ਲਈ ਪਾਰਸ ਪਰਸੇ, ਪਾਰਸ ਹੋਏ। ਪਰਸਿਆਂ ਦੇ ਪਰਸਣ ਨਾਲ, ਛੂਹਣ ਨਾਲ। ਜਿਵੇਂ ਸੁਣਿਆ, ਸੁਣਨ ਨਾਲ, ਮੰਨਿਆ, ਮੰਨਣ ਨਾਲ, ਪਰਸਿਆ, ਛੂਹਣ ਨਾਲ। ਪਾਰਸ ਨੂੰ ਛੂਹਣ ਨਾਲ ਮਨੁੱਖ ਪਾਰਸ ਹੋ ਜਾਂਦਾ ਹੈ। ਹੁਣ ਸਾਡੇ ਲਈ ਪਾਰਸ ਕੌਣ ਹੈ? ਜਿਹੜਾ ਇੱਕ ਪੱਥਰ ਮੰਨਿਆ ਗਿਆ ਪਾਰਸ, ਉਹ ਤੇ ਧਾਤਾਂ ਨੂੰ ਪਾਰਸ ਬਣਾਉਂਦਾ ਹੈ। ਲੋਹਾ ਹੋਇਆ, ਤਾਂਬਾ ਹੋਇਆ, ਪਿੱਤਲ ਹੋਇਆ, ਉਹ ਛੋਹ ਕਹਿੰਦੇ ਉਹ ਸੋਨਾ ਹੋ ਜਾਂਦਾ। ਪਾਰਸ ਨਹੀਂ ਹੁੰਦੇ ਉਹ। ਕੋਈ ਧਾਤ ਪਾਰਸ ਨੂੰ ਛੋਹੋ, ਉਹ ਧਾਤ ਪਾਰਸ ਨਹੀਂ ਬਣਦੀ, ਹਾਂ ਸੋਨਾ ਬਣ ਜਾਂਦੀ ਹੈ। ਪਰ ਗੁਰੂ ਇੱਕ ਐਸਾ ਪਾਰਸ ਹੈ ਜਿਸ ਨੂੰ ਪਾਰਸ, ਜਿਹਨੂੰ ਛੋਹਣ ਨਾਲ ਬੰਦਾ ਪਾਰਸ ਹੋ ਜਾਂਦਾ ਹੈ। ਉਹਦੇ ਰੂਪ ਹੈ ਗੁਰੂ ਦਾ। ਗੁਰੂ ਐਕਚੁਅਲੀ ਚਾਹੁੰਦਾ ਸਿੱਖ ਮੇਰੇ ਹੀ ਰੂਪ ਹੋ ਜਾਏ। ਗੁਰੂ ਨਾਨਕ ਦੇਵ ਜੀ ਤੇ ਕਿੰਨੇ ਸਿੱਖ ਸਨ, ਪਰ ਉਹਨਾਂ ਦਾ ਰੂਪ ਇੱਕ ਹੀ ਹੋਇਆ, ਭਾਈ ਲਹਿਣਾ ਜੀ। ਉਹ ਗੁਰੂ ਹੋ ਗਏ। ਉਹਨਾਂ ਵਰਗੇ ਸਾਨੂੰ, ਇਸ ਲਈ ਉਹ ਗੁਰੂ ਹੋ ਗਏ। ਪਾਰਸ ਪਰਸੈ ਪਾਰਸ ਹੋਏ। ਪਾਰਸ ਨੂੰ ਛੂਹ ਕੇ, ਗੁਰੂ ਨੂੰ ਛੂਹ ਕੇ, ਗੁਰੂ ਦੀ ਸੰਗਤ ਕਰਕੇ ਇਹ ਮਨੁੱਖ ਵੀ ਪਾਰਸ ਹੋ ਜਾਂਦਾ ਹੈ। ਜੋਤੀ ਜੋਤ ਸਮਾਏ। ਫਿਰ ਇਸ ਇਨਸਾਨ ਦੀ ਜੋਤ ਪਰਮਾਤਮਾ ਦੀ ਜੋਤ ਵਿੱਚ ਮਿਲ ਜਾਂਦੀ ਹੈ। ਪਰ ਜਿਨ ਕੋ ਪੂਰਬ ਲਿਖਿਆ, ਜਿਹਦੇ ਭਾਗਾਂ 'ਚ ਪਹਿਲੇ ਲਿਖਿਆ ਹੋਇਆ ਤਿਨ ਸਤਿਗੁਰ ਮਿਲਿਆ ਆਏ, ਉਹਨੂੰ ਗੁਰੂ ਮਿਲਦਾ। ਗੁਰੂ ਐਵੇਂ ਨਹੀਂ ਮਿਲਦਾ। ਜਿਹਦੇ ਭਾਗਾਂ 'ਚ ਨਹੀਂ ਨਾ ਲਿਖਿਆ, ਜਿੰਨਾ ਮਰਜ਼ੀ ਕਹਿ ਲਓ, ਕਦੇ ਗੁਰੂ ਧਾਰਨ ਨਹੀਂ ਕਰੇਗਾ। ਉਹਦਾ ਮਨ ਹੀ ਨਹੀਂ ਕਰਦਾ। ਉਹ ਕੋਈ ਬਹਾਨੇ ਭਾਵੇਂ ਬਣਾਈ ਜਾਵੇ, ਉਹ ਨਹੀਂ ਗੁਰੂ ਦਾ। ਕਿਉਂ? ਉਹਦੇ ਭਾਗਾਂ 'ਚ ਲਿਖਿਆ ਹੀ ਨਹੀਂ। ਸਾਡਾ ਸੁਭਾਅ, ਸਾਡੀਆਂ ਆਦਤਾਂ ਸਾਡੀ ਕਿਸਮਤ ਅਨੁਸਾਰ ਬਣਦੀਆਂ ਹਨ। ਜਿਹੋ ਜਿਹੀ ਸਾਡੀ ਕਿਸਮਤ, ਉਹੋ ਜਿਹੀਆਂ ਸਾਡੀਆਂ ਆਦਤਾਂ, ਉਹੋ ਜਿਹਾ ਸਾਡਾ ਸੁਭਾਅ, ਉਹੋ ਜਿਹੀ ਸਾਡੀ ਸੋਚ। ਹੁਣ ਜਿਹਦੇ ਭਾਗਾਂ 'ਚ 2 ਡਰਮ ਪੀਣੇ ਲਿਖੇ ਨੇ, ਲਜ਼ੋਰ ਲਾ ਲਓ, ਉਹ ਪੀ ਕੇ ਹੀ ਹਟੂ। ਜਦੋਂ ਦਾ ਕੋਟਾ ਪੂਰਾ ਹੋ ਜਾਏਗਾ, ਫਿਰ ਬਹਾਨਾ ਕੋਈ ਨਾ ਕੋਈ ਬਣ ਜਾਏਗਾ। ਉਹ ਕਿਸੇ ਦੀ ਮੰਨ ਲਏਗਾ ਤੇ ਕਹਿੰਦੇ ਫਲਾਣੇ ਨੇ ਜੀ ਉਹਦੀ ਸ਼ਰਾਬ ਛੁਡਾਤੀ ਹੈ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਗੁਰੂ ਵੀ ਉਹਨਾਂ ਨੂੰ ਮਿਲਦਾ ਹੈ ਜਿਹਦੇ ਪਹਿਲਾਂ ਹੀ ਭਾਗਾਂ 'ਚ ਲਿਖਿਆ ਹੁੰਦਾ ਹੈ। ਐਕਚੁਅਲੀ ਤਾਂ ਸਾਨੂੰ ਜੋ ਮਿਲਦਾ ਪਹਿਲੇ ਲਿਖਿਆ ਹੋਇਆ ਹੈ, ਪਰ ਨਾ ਪਤਾ ਹੋਣ ਕਰਕੇ ਆਪਾਂ ਇੰਨੀ ਭੱਜ ਨੱਠ ਤੇ ਚਿੰਤਾ ਕਰਦੇ ਹਾਂ। ਮਿਲਣਾ ਤਾਂ ਉਹੀ ਜੋ ਲਿਖਿਆ ਹੋਇਆ।
ਤਾਂ ਹੀ ਕਹਾਵਤ ਹੈ, ਜਿਹੜੇ ਘਰ ਭੁੱਖੇ ਉਹ ਲਾਹੌਰ ਵੀ ਭੁੱਖੇ। ਦੂਜੀ ਜਾਂ ਤੀਜੀ 'ਚ ਮੈਂ ਪੜ੍ਹਦਾ ਹੋਵਾਂਗਾ, ਜਦੋਂ ਪੰਜਾਬੀ ਦੀ ਕਿਤਾਬ 'ਚ ਇਹ ਕਹਾਵਤ ਆਈ, ਜਿਹੜੇ ਘਰ ਭੁੱਖੇ ਉਹ ਲਾਹੌਰ ਵੀ ਭੁੱਖੇ। ਕੁਦਰਤੀ ਮਦਰ ਕੋਲ ਬੈਠੇ ਸਨ, ਹੈਨ ਤੇ ਉਹ ਅਨਪੜ੍ਹ ਸਨ। ਮੈਂ ਬੇਬੇ ਇੱਥੇ ਲਿਖਿਆ ਜਿਹੜੇ ਘਰ ਭੁੱਖੇ ਉਹ ਲਾਹੌਰ ਵੀ ਭੁੱਖੇ, ਕੀ ਲਾਹੌਰ ਜਾ ਕੇ ਕੋਈ ਫਰਕ ਨਹੀਂ ਪਏਗਾ? ਕੀ ਪਿੰਡ ਤੋਂ ਸ਼ਹਿਰ 'ਚ ਜਾਣ ਨਾਲ ਕੋਈ ਫਰਕ ਨਹੀਂ ਪਏਗਾ? ਕਹਿੰਦੇ ਪੁੱਤ ਮੈਂ ਤੈਨੂੰ ਇੱਕ ਸੱਚੀ ਘਟਨਾ ਸੁਣਾਉਣੀ, ਸ਼ਾਇਦ ਤੈਨੂੰ ਗੱਲ ਸਮਝ ਆ ਜਾਏ। ਕਿ ਜਦੋਂ ਮੇਰਾ ਵਿਆਹ ਹੋਇਆ, ਪਾਕਿਸਤਾਨ ਦੀ ਇੱਕ ਕਹਾਵਤ ਸੀ ਕਿ ਜਿਸ ਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਭਾਵ ਲਾਹੌਰ ਵੇਖਣਾ ਜ਼ਰੂਰੀ ਹੈ। ਕਹਿੰਦੇ ਆਪਣੇ ਤੋਂ 20 ਮੀਲ ਪਿੰਡ ਤੋਂ ਲਾਹੌਰ ਪੈਂਦਾ ਸੀ। ਅਸੀਂ ਕਹਿੰਦਾ ਲਾਹੌਰ ਵੇਖਣ ਚਲੇ, ਮੈਂ ਅਤੇ ਤੇਰੇ ਪਿਤਾ ਜੀ। ਚਲੋ 2 ਵਜੇ ਤੱਕ ਅਸੀਂ ਵੇਖਦੇ ਰਹੇ, ਫਿਰ ਤੁਰ ਕੇ ਫਿਰ ਅਸੀਂ ਕਹਿੰਦੇ ਥੱਕ ਗਏ। ਅਸੀਂ ਸੋਚਿਆ ਵੀ ਦੁੱਧ ਪੀ ਲਈ। ਕਹਿੰਦੇ ਉਦੋਂ ਚਾਹ ਦਾ ਰਿਵਾਜ਼ ਨਹੀਂ ਸੀ ਹੁੰਦਾ, ਕਿਉਂਕਿ ਸਾਡੇ ਘਰ ਪਹਿਲੀ ਵਾਰ ਚਾਹ 1954 'ਚ ਬਣੀ ਸੀ। ਉਹ ਵੀ ਸਾਡੇ ਲਈ ਸਮੱਸਿਆ ਖੜੀ ਹੋ ਗਈ। ਸਾਨੂੰ ਜ਼ਮੀਨ ਬਾਲੇ ਵਾਲੀ ਜ਼ਿਲ੍ਹਾ ਬਠਿੰਡਾ 'ਚ ਮਿਲ ਗਈ। ਉੱਥੇ ਸਾਰੇ ਹੀ ਚਾਹ ਪੀਣ ਵਾਲੇ ਸਨ। ਇੱਕੋ ਇੱਕ ਘਰ, ਸਾਡੇ 2 ਘਰ ਸਾਰੇ ਪਿੰਡ 'ਚ ਰਫੂਜੀਆਂ ਦੇ ਸਨ, ਸਾਡੇ ਤੇ ਤਾਇਆ ਜੀ ਦਾ। ਅਸੀਂ ਹੀ ਲੱਸੀ ਪੀਂਦੇ ਸੀ। ਸਾਡੇ ਤਾਂ ਮਜ਼ਦੂਰ ਨਹੀਂ ਸੀ ਲੱਗਦੇ, ਕਹੇ ਤੁਸੀਂ ਤਾਂ ਸਾਨੂੰ ਚਾਹ ਨਹੀਂ ਪਿਲਾਉਂਦੇ। ਸਾਡੇ ਤਾਂ ਲੱਸੀ ਪੀ ਕੇ ਗੋਡੇ ਖੜ ਜਾਣਗੇ, ਇਹ ਹੋ ਜਾਏਗਾ ਉਹ ਹੋ ਜਾਏਗਾ। ਬੜਾ ਔਖਾ ਹੋ ਗਿਆ ਹੋਇਆ। ਖੇਤੀਬਾੜੀ ਮਜ਼ਦੂਰ ਵੀ ਤਾਂ ਰੱਖਣੇ ਪੈਂਦੇ ਨੇ ਸਮੇਂ ਸਮੇਂ 'ਤੇ। ਫਿਰ ਪਿਤਾ ਜੀ ਇੱਕ ਵੈਦ ਕੋਲੇ ਗਏ, ਕਿਹਾ ਜੀ ਆਹ ਹੈ, ਸਾਨੂੰ ਤਾਂ ਪਤਾ ਨਹੀਂ ਵੀ ਚਾਹ ਕੀ ਬਲਾ ਹੁੰਦੀ ਹੈ। ਉਹਨੇ ਦੱਸਿਆ। ਹੁਣ ਉਹਦੇ ਕੋਲ ਸੀ ਪੱਤੀ, ਕਹਿੰਦੇ ਇਹੋ ਜਿਹੀ ਬਾਜ਼ਾਰੋਂ ਲੈ ਲੈ ਪੱਤੀ। ਕਹਿੰਦੇ ਪਾਣੀ ਦੇ ਵਿੱਚ ਨਾ ਥੋੜ੍ਹੀ ਪੱਤੀ ਪਾ ਲਿਓ, ਅੰਦਾਜ਼ ਨਾਲ ਉਹਨੇ ਦੱਸ। ਉਹਨੂੰ ਫਿਰ ਮਿੱਠਾ ਪਾ ਲਿਓ ਲੋੜ ਅਨੁਸਾਰ, ਉਬਾਲ ਲਿਓ, ਫਿਰ ਵਿੱਚ ਕੁਝ ਦੁੱਧ ਪਾਇਓ, ਫਿਰ ਉਹਨੂੰ ਪੀ ਕੇ ਵੇਖ ਲਓ ਮਿੱਠਾ ਮੁੱਠਾ ਠੀਕ ਹੈ। ਇਸ ਤਰ੍ਹਾਂ ਹੌਲੀ ਹੌਲੀ ਕਹਿੰਦੇ ਆਪੇ ਜਾਂਚ ਆ ਜਾਏਗੀ। ਤਾਂ ਹੈ ਤਾਂ ਕਹਿੰਦੇ ਅਸੀਂ ਨਾ ਦੇਖਿਆ ਵੀ ਕਿਸੇ ਦੁਕਾਨ 'ਤੇ ਦੁੱਧ ਪੀ ਲਈਏ। 2 ਦੁਕਾਨਾਂ ਸਨ ਨਾਲ ਨਾਲ, ਇੱਕ 'ਤੇ ਭੀੜ ਸੀ, ਇੱਕ 'ਤੇ ਕੋਈ ਨਹੀਂ ਸੀ। ਅਸੀਂ ਕਿਹਾ ਚਲ ਇੱਥੇ ਬੈਠਦੇ ਹਾਂ, ਵੀ ਆਰਾਮ ਨਾਲ ਬੈਠਾਂਗੇ, ਹੌਲੀ ਹੌਲੀ ਦੁੱਧ ਪੀਨੇ, ਥਕਾਵਟ ਲੈ ਜਾਏਗੀ। ਕਹਿੰਦੇ ਅਸੀਂ ਬਹਿ ਗਏ। ਉਹਨੇ ਕਿਹਾ ਭਾਈ ਇੱਕ ਗਲਾਸ ਦੁੱਧ ਬਣਾ ਦੇ। ਉਹਨੇ ਦੁੱਧ ਬਣਾ ਕੇ ਦਿੱਤਾ। ਅਸੀਂ ਪੀ ਰਹੇ ਹਾਂ ਹੌਲੀ ਹੌਲੀ। ਕਿ ਜਿੰਨਾ ਸਮਾਂ ਅਸੀਂ ਬੈਠੇ ਰਹੇ, ਉਹਦੀ ਦੁਕਾਨ 'ਤੇ ਕੋਈ ਗਾਹਕ ਹੀ ਨਹੀਂ ਆਇਆ। ਕਹਿੰਦੇ ਮਨ ਕਿਹਾ ਵੇ ਭਾਈ, ਆਹ ਨਾਲ ਦੀ ਦੁਕਾਨ 'ਤੇ ਦੇਖ ਕਿੰਨੇ ਗਾਹਕ ਨੇ, ਹੈ ਤੇਰੇ ਜਿਹੜਾ ਸਾਡੇ ਤੋਂ ਬਿਨਾਂ ਕੋਈ ਗਾਹਕ ਹੀ ਨਹੀਂ ਇੰਨੇ ਸਮੇਂ 'ਚ ਆਇਆ। ਕਹਿੰਦਾ ਭੈਣ ਜੀ ਆਪਣੀ ਆਪਣੀ ਕਿਸਮਤ ਹੁੰਦੀ ਹੈ, ਅਸੀਂ ਦੋਨੋਂ ਸਕੇ ਭਰਾ ਹਾਂ। ਸਾਡੇ ਬਾਪ ਨੇ 2 ਦੁਕਾਨਾਂ ਸਾਨੂੰ ਪਾ ਕੇ ਦਿੱਤੀਆਂ। ਇੱਕ ਕਹਿ ਦੇਖੋ ਇੱਕੋ ਜਿਹੀ ਦੁਕਾਨਾਂ ਨਾ। ਕਹਿੰਦਾ ਮੈਂ ਕਿਹਾ ਹਾਂ ਭਾਈ ਇੱਕੋ ਜਿਹੀਆਂ। ਕਹਿੰਦੇ ਦੇਖੋ ਜਿਹੜੇ ਮੇਜ਼ ਕੁਰਸੀਆਂ ਮੇਰੇ ਕੋਲ ਨੇ, ਉਹੀ ਮੇਰੇ ਭਰਾ ਕੋਲ ਨੇ। ਕੋਈ ਨਾਲ ਸਨ? ਮੈਂ ਹਾਂ ਭਾਈ ਉਹੀ ਨੇ। ਜਿਹੜੀ ਕੜਾਹੀ ਮੇਰੇ ਕੋਲ ਹੈ, ਉਹੀ ਕੜਾਹੀ ਦੁੱਧ ਵਾਲੀ ਉਹਦੇ ਕੋਲ ਜਿਸ ਗਰਮ ਕਰਦਾ ਹੈ। ਜਿਹੜੇ ਗਲਾਸ ਮੇਰੇ ਕੋਲ, ਉਹੀ ਬਾਪ ਨੇ ਉਹਨੂੰ ਲੈ ਕੇ ਦਿੱਤੇ ਨੇ। ਔਰ ਜਿਸ ਦੋਧੀ ਤੋਂ ਉਹ ਦੁੱਧ ਲੈਂਦਾ, ਉਸੇ ਦੋਧੀ ਤੋਂ ਮੈਂ ਦੁੱਧ ਲੈਂਦਾ। ਜੇ ਦੋਧੀ ਅੱਡ ਅੱਡ ਹੋਵੇ ਤਾਂ ਕੋਈ ਕਹਿ ਸਕਦਾ ਵੀ ਇਹਦਾ ਪਤਲਾ ਹੈ ਦਾ ਸੰਘਣਾ, ਇੱਕੋ ਦੁੱਧ। ਪਰ ਭੈਣ ਜੀ ਆਪਣੀ ਆਪਣੀ ਕਿਸਮਤ ਹੈ। ਦੇਖੋ ਦੀ ਕਿੰਨੀਆਂ ਰੌਣਕਾਂ ਲੱਗੀਆਂ, ਮੇਰੇ ਥੋੜ੍ਹੇ ਜਿਹੇ ਗਾਹਕ ਆਉਂਦੇ। ਕਹਿੰਦੇ ਪੁੱਤ ਉਹ ਤਾਂ ਲਾਹੌਰ ਸੀ ਨਾ, ਤੁਸੀਂ ਕਿਤੇ ਵੀ ਚਲੇ ਜਾਓ ਤੁਹਾਡੀ ਕਿਸਮਤ ਨਾਲ ਹੀ ਜਾਣੀ ਹੈ। ਮਿਲਣਾ ਤਾਂ ਉਹੀ ਜੋ ਕਿਸਮਤ 'ਚ ਲਿਖਿਆ। ਥਾਵਾਂ ਬਦਲਣਾ ਕਿਸਮਤ ਨਹੀਂ ਬਦਲਦੀ। ਹਾਂ ਕਿਤੇ ਸੁਣਿਆ ਹੁਣ ਇਹਨਾਂ ਨੇ ਕਿਤੇ ਗੁਰਦੁਆਰੇ ਕਿ ਬਈ ਬਾਣੀ 'ਚ ਕਹਿੰਦੇ ਲਿਖਿਆ ਹੋਇਆ ਵੀ ਜਿਹੜੇ ਸਾਡੇ ਦਾਣਾ ਪਾਣੀ ਹੈ ਇਹ ਸਾਨੂੰ ਦੂਜੀ ਥਾਂ 'ਤੇ ਲੈ ਕੇ ਜਾਂਦਾ ਹੈ। ਕਹਿੰਦੇ ਦੇਖੋ ਕਿੱਥੇ ਪਾਕਿਸਤਾਨ, ਆਹ ਦਾਣਾ ਪਾਣੀ ਲੱਖਾਂ ਲੋਕਾਂ ਦਾ ਇੱਧਰ ਲਿਖਿਆ ਹੋਇਆ ਸੀ, ਇੱਧਰ ਉੱਧਰ ਲਿਖਿਆ ਹੋਇਆ ਸੀ, ਫਿਰ ਕਾਰਨ ਬਣ ਗਿਆ ਕੋਈ। ਇਸ ਲਈ ਕਹਿੰਦੇ ਪੁੱਤ ਜਿਹੜੇ ਘਰ ਭੁੱਖੇ ਉਹ ਲਾਹੌਰ ਵੀ ਭੁੱਖੇ। ਅੱਗੇ ਮੈਂ ਨਹੀਂ ਪੁੱਛਿਆ ਕਿ ਬੇਬੇ
ਇਹ ਘਰ ਜੇ ਰਿਹਾ ਹੈ ਵੀ ਕਿਸਮਤ ਕਿਵੇਂ ਬਦਲ ਸਕਦੀ ਹੈ। ਬੱਚੋ ਅਸੀਂ 9 ਮਹੀਨੇ ਨਕਲਾ ਗਿਆਨ ਅਤੇ ਹੋ ਸਕਦਾ ਉਹ ਵੀ ਨਾ ਦੱਸ ਸਕਦੇ। ਫਿਰ ਜਦੋਂ ਬਾਣੀ ਪੜ੍ਹੀ ਫਿਰ ਸੋਝੀ ਹੋਈ ਵੀ ਕਿਸਮਤ ਤੇ ਹਰ ਇੱਕ ਇਨਸਾਨ ਦੀ ਪਰਮਾਤਮਾ ਨੇ ਲਿਖ ਦਿੱਤੀ ਹੈ। ਸੰਸਾਰ ਦੇ ਕਿਸੇ ਵੀ ਯਤਨ ਨਾਲ ਸਾਡੀ ਕਿਸਮਤ ਨਹੀਂ ਬਦਲਣੀ, ਇਹ ਖਿਆਲ ਰੱਖਣਾ। ਬਾਣੀ ਕਹਿੰਦੀ ਸੰਸਾਰ ਦੇ ਕਿਸੇ ਯਤਨ ਨਾਲ ਤੁਹਾਡੀ ਕਿਸਮਤ ਨਹੀਂ ਬਦਲਣੀ। ਆਪ ਹੀ ਪਰਮਾਤਮਾ ਕਹਿੰਦਾ ਮੇਰੀ ਬਾਂਦੀ ਭਗਤ ਛਡਾਵੇ। ਪਰਮਾਤਮਾ ਜੋ ਮੈਂ ਲਿਖ ਦਿੱਤਾ ਹੈ, ਪਰਮਾਤਮਾ ਕਹਿੰਦਾ ਉਹਨੂੰ ਮੇਰਾ ਭਗਤ ਬਦਲ ਸਕਦਾ ਹੈ। ਇਸ ਲਈ ਸਾਡੀ ਕਿਸਮਤ ਨੂੰ ਕੋਈ ਸੰਤ ਜਾਂ ਗੁਰੂ ਬਦਲ ਸਕਦਾ ਹੈ। ਹੁਣ ਸਾਡਾ ਗੁਰੂ ਸੰਤ ਹੋ ਸਕਦਾ, ਸਾਨੂੰ ਲੱਭੇ ਨਾ ਲੱਭੇ, ਕੋਈ ਪੱਕਾ ਵਿਸ਼ਵਾਸ ਨਹੀਂ ਕਿ ਜਿਸ ਨੂੰ ਅਸੀਂ ਸੰਤ ਮੰਨਦੇ ਵਾਕਈ ਅੰਦਰੋਂ ਸੰਤ ਹੋਵੇ, ਕੋਈ ਗਰੰਟੀ ਨਹੀਂ ਹੈ। ਇਹ ਗੁਰੂ 'ਤੇ ਤਾਂ ਹੁਣ ਡਾਊਟ ਹੀ ਨਹੀਂ ਹੋ ਸਕਦਾ, ਗੁਰਬਾਣੀ 'ਤੇ ਤਾਂ। ਹੁਣ ਸਾਡਾ ਗੁਰੂ ਬਾਣੀ ਹੈ ਅਤੇ ਸਿੱਖ ਦੀ ਕਿਸਮਤ ਬਦਲਣੀ ਗੁਰੂ ਨੇ, ਅਤੇ ਸਾਡਾ ਗੁਰੂ ਬਾਣੀ ਹੈ। ਸਾਡੀ ਕਿਸਮਤ ਬਾਣੀ ਨੇ ਬਦਲਣੀ ਹੈ। ਜਿੰਨੀ ਤੁਸੀਂ ਬਦਲਾਉਣੀ ਹੋਣੀ, ਵੱਧ ਤੋਂ ਵੱਧ ਬਾਣੀ ਪੜ੍ਹ ਲਓ, ਨਾਮ ਜਪੋ, ਤੁਹਾਡੀ ਕਿਸਮਤ ਬਦਲ ਜਾਏਗੀ। ਨਹੀਂ ਬਾਣੀ ਪੜ੍ਹੋਗੇ, ਨਹੀਂ ਨਾਮ ਜਪੋਗੇ, ਨਹੀਂ ਸਤਸੰਗ ਕਰੋਗੇ, ਤਾਂ ਫਿਰ ਜੋ ਲਿਖਿਆ ਹੋਇਆ ਉਸ ਨੂੰ ਭੋਗੀ ਜਾਓ। ਕਿਉਂਕਿ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਿਲਵਣ। ਫਿਰ ਜੋ ਲਿਖਿਆ ਉਹ ਭੋਗਣਾ ਪੈਂਦਾ ਹੈ। ਤਾਂ ਹੀ ਪਰਮਾਤਮਾ ਕਹਿੰਦਾ ਮੇਰੀ ਬਾਂਦੀ ਭਗਤ ਛਡਾਵੇ। ਜੇ ਮੈਂ ਕਿਸੇ ਨੂੰ ਬੰਨ੍ਹ ਦਿਆਂ ਪਾਪ, ਕੋਈ ਸਜ਼ਾ ਦੇ ਦਿਆਂ, ਮੇਰਾ ਭਗਤ ਉਹ ਮੁਆਫ ਕਰ ਸਕਦਾ ਹੈ। ਇਹ ਸਾਡੀ ਗੁੱਡ ਲੱਕ ਹੈ ਜੇ ਪਰਮਾਤਮਾ ਨੇ ਇਹ ਪ੍ਰੋਵੀਜ਼ਨ ਰੱਖਤੀ ਹੈ ਕਿ ਮੈਂ ਤਾਂ ਤੁਹਾਡੇ ਕਰਮ ਵੇਖ ਕੇ ਤੁਹਾਡੀ ਕਿਸਮਤ ਲਿਖਤੀ, ਮੈਂ ਆਪਣੀ ਮਰਜ਼ੀ ਨਹੀਂ ਕੀਤੀ ਵੀ ਕਿਸੇ ਦੀ ਚੰਗੀ ਲਿਖ ਦਿਓ ਜੀ ਕਿਸੇ ਦੀ ਮਾੜੀ ਲਿਖ ਦਿਓ। ਉਹ ਕਦੇ ਰੱਬ ਹੋਇਆ? ਜਿਹੜਾ ਰੱਬ ਭੇਦ ਭਾਵ ਕਰੇ ਉਹ ਫਿਰ ਰੱਬ ਤੇ ਨਾ ਹੋਇਆ। ਉਹ ਤਾਂ ਕਹਿੰਦਾ ਮੈਂ ਤਾਂ ਤੁਹਾਡੇ ਕਰਮ ਵੇਖੇ ਨੇ, ਉਹਦੇ ਅਨੁਸਾਰ ਮੈਂ ਤੁਹਾਡੀ ਕਿਸਮਤ ਲਿਖਤੀ। ਜੇ ਤੁਸੀਂ ਆਪਣੀ ਕਿਸਮਤ ਨਾਲ ਸੰਤੁਸ਼ਟ ਨਹੀਂ ਤਾਂ ਮੈਂ ਸੰਸਾਰ 'ਤੇ ਗੁਰੂ ਪੀਰ ਪੈਗੰਬਰ ਰਿਸ਼ੀ ਮੁਨੀ ਭੇਜ ਰਿਹਾ। ਉਹਨਾਂ ਨੂੰ ਮੈਂ ਅਧਿਕਾਰ ਦਿੱਤੇ ਨੇ ਕਿ ਉਹ ਤੁਹਾਡੀ ਕਿਸਮਤ ਨੂੰ ਬਦਲ ਸਕਦੇ ਹਨ। ਇਸ ਲਈ ਅਸੀਂ ਬਾਣੀ ਪੜ੍ਹਦੇ, ਨਾਮ ਜਪਦੇ ਹਾਂ ਤਾਂ ਜੋ ਅਸੀਂ ਆਪਣੀ ਕਿਸਮਤ ਬਦਲ ਲਈਏ। ਜੇ ਕਿਸਮਤ ਬਦਲੇ ਹੀ ਨਾ ਤਾਂ ਮੈਂ ਕਦੋਂ ਦੀ ਮੈਂ ਕਥਾ ਸ਼ੁਰੂ ਹੀ ਨਹੀਂ ਕਰਨੀ ਸੀ, ਨਾ ਮੈਂ ਕੋਈ ਪਾਠ ਕਰਨਾ ਸੀ। ਵੀ ਜੋ ਕਿਸਮਤ ਬਦਲਣੀ ਫਿਰ ਫਾਇਦਾ ਕੀ ਹੈ? ਆਪਣਾ ਆਰਾਮ ਨਾਲ ਸੌਂ, ਜੋ ਮਰਜ਼ੀ ਕਰੇ। ਪਰ ਕਿਸਮਤ ਬਦਲ ਸਕਦੀ ਹੈ, ਉਹ ਨਾਮ ਬਾਣੀ ਨੇ ਹੀ ਬਦਲਣੀ ਹੈ। ਤੁਸੀਂ ਕਿੰਨੀ ਬਦਲਣੀ ਹੈ ਇਹ ਤੁਸੀਂ ਬਾਣੀ ਦੇ ਨਾਮ ਜਪ ਪੜ੍ਹਨਾ। ਜਿੰਨਾ ਜ਼ਿਆਦਾ ਨਾਮ ਜਪ ਲਓਗੇ, ਜ਼ਿਆਦਾ ਬਾਣੀ ਪੜ੍ਹ ਲਓਗੇ, ਉਨੀ ਜ਼ਿਆਦਾ ਕਿਸਮਤ ਬਦਲ ਜਾਏਗੀ। ਸਿਆਣੇ ਕਹਿੰਦੇ ਜਿੰਨਾ ਗੁੜ ਪਾਈਓ ਉਨਾ ਹੀ ਮਿੱਠਾ ਹੁੰਦਾ ਨਾ। ਬੰਦਾ ਬੜਾ ਅਜੀਬ ਹੈ, ਇਹ ਗੁੜ ਥੋੜ੍ਹਾ ਪਾਉਂਦਾ ਅਤੇ ਮਿੱਠਾ ਬਹੁਤਾ ਭਾਲਦਾ। ਵੀ ਇਹ ਕਿਵੇਂ ਹੋ ਜਾਏਗਾ? ਵੀ ਇਹ ਕਿਵੇਂ ਹੋ ਜਾਏਗਾ? ਜਿੰਨਾ ਗੁੜ ਪਾਓਗੇ ਉਨਾ ਹੀ ਮਿੱਠਾ ਹੋਏਗਾ। ਕਈਆਂ ਨੂੰ ਮੈਂ ਪਾਠ ਦਿੰਦਾ, 1 ਘੰਟਾ ਕਰਨਾ ਜੀ, 2 ਵਾਰਾਂ 'ਚ ਕਰ ਲਈਏ। ਜਿਹਦੇ ਮੂਡ 'ਚ ਬੈਠਾ ਮੈਂ ਬੀਬੀ, ਜੇ ਮੈਂ ਕਹਿੰਦਾ 1 ਘੰਟਾ ਗੱਲਾਂ ਕਰਨੀਆਂ, ਤੁਸੀਂ ਕਹਿਣਾ ਸੀ ਬਾਬਾ ਜੀ ਅਸੀਂ 2 ਘੰਟੇ ਕਰ ਲਈਏ। ਬਾਣੀ ਤੁਸੀਂ ਬੀਬਾ ਮੇਰੇ ਲਈ ਨਹੀਂ ਪੜ੍ਹਨੀ, ਆਪਣੇ ਲਈ ਪੜ੍ਹਨੀ ਹੈ। ਅਤੇ ਜੇ ਮੈਂ ਥੋੜ੍ਹਾ ਨਰਮ, ਮੈਂ ਕਿਹਾ ਕੋਈ ਗੱਲ ਨਹੀਂ ਜੀ, ਅੱਧਾ ਘੰਟਾ ਕਰਕੇ 2 ਵਾਰੀ ਕਰ ਲਓ, 2 ਵਾਰੀ ਕਰ ਲਓ, ਵੀ ਘੰਟਾ ਪੂਰਾ ਕਰ ਲੈਣਾ। ਇੱਕ 40 ਦਿਨਾਂ ਬਾਅਦ ਕਹਿੰਦੀ ਬਾਬਾ 40 ਦਿਨ ਹੋ ਗਏ, ਮੈਨੂੰ ਤਾਂ ਕੋਈ ਫਰਕ ਨਹੀਂ ਪਿਆ। ਮੈਂ ਪਾਠ ਕਿੰਨੀ ਦੇਰ ਕਰਦੇ ਸੀ? ਕਦੇ 5-7 ਮਿੰਟ ਕਰਦੇ ਸੀ। ਮੈਂ ਕਿੰਨੀ ਦੇਰ ਮਿਲਿਆ ਸੀ? ਕਦੇ ਘੰਟਾ ਰੋਜ਼। ਮੈਂ ਫਿਰ ਜਿੰਨਾ ਤੁਸੀਂ ਗੁੜ ਪਾਇਆ ਸੀ ਉਨਾ ਹੀ ਫਲ ਮਿੱਠਾ ਹੋਣਾ। ਤੁਸੀਂ 5-7 ਮਿੰਟ ਬਾਣੀ ਪੜ੍ਹ ਕੇ ਕਹਿੰਦਾ ਮੈਨੂੰ ਘੰਟੇ ਦਾ ਫਲ ਮਿਲ ਜੇ, ਇਸ ਤਰ੍ਹਾਂ ਨਹੀਂ ਮਿਲਦਾ। ਮਨੁੱਖ ਆਪਣੀ ਕਿਸਮਤ ਆਪ ਹੀ ਬਦਲਣ ਨੂੰ ਤਿਆਰ ਨਹੀਂ ਹੈ। ਦੂਜਾ ਕੀ ਕਰੇ? ਦੂਜਾ ਤਾਂ ਢੰਗ ਤਰੀਕੇ ਹੀ ਦੱਸ ਸਕਦੇ ਨਾ, ਕਰਨਾ ਤਾਂ ਆਪ ਹੀ ਹੈ। ਹੁਣ ਮੰਨ ਲਓ ਮੈਨੂੰ ਕੋਈ ਦੁੱਖ ਹੈ,
ਦੂਜੇ ਮੇਰੀ ਸੇਵਾ ਕਰ ਸਕਦੇ ਨੇ, ਡਾਕਟਰ ਲਿਆ ਸਕਦੇ ਨੇ, ਮੈਨੂੰ ਹਸਪਤਾਲ ਲਿਜਾ ਸਕਦੇ ਨੇ, ਖਰਚਾ ਕਰ ਸਕਦੇ ਨੇ, ਪਰ ਜੋ ਦੁੱਖ ਹੈ ਮੈਨੂੰ ਉਹ ਤਾਂ ਮੈਂ ਹੀ ਝੱਲਣਾ ਨਾ, ਉਹ ਤਾਂ ਨਹੀਂ ਨਾ ਦੂਜਿਆਂ ਝੱਲਣਾ। ਦੂਜੇ ਹੋਰ ਤਰ੍ਹਾਂ ਦੀ ਸਹਾਇਤਾ ਕਰ ਸਕਦੇ ਨੇ, ਪਰ ਜਿਹੜਾ ਦੁੱਖ ਹੈ ਉਹ ਉਸੇ ਨੂੰ ਹੀ ਝੱਲਣਾ ਪੈਂਦਾ ਹੈ। ਇਸ ਲਈ ਤਾਂ ਮੈਂ ਰੋਜ਼ ਵਾਰੀ ਕਹਿੰਦਾ ਵੀ ਆਪਾਂ ਨਾ ਐਵੇਂ ਦੁਖੀ ਨਾ ਸੰਸਾਰ 'ਚ ਰਹੀਏ। ਜੇ ਤਾਂ ਪ੍ਰੋਵੀਜ਼ਨ ਹੀ ਕੋਈ ਨਾ ਹੁੰਦੀ ਸੁਖੀ ਹੋਣ ਦੀ, ਫਿਰ ਤਾਂ ਗੱਲ ਖਤਮ ਸੀ, ਫਿਰ ਤਾਂ ਹੱਥ ਖੜ੍ਹੇ ਸਨ। ਜਦੋਂ ਸਾਡੇ ਕੋਲੇ ਉਹਦਾ ਹੱਲ ਹੈ ਤਾਂ ਫਿਰ ਅਸੀਂ ਕਿਉਂ ਨਾ ਕਰੀਏ? ਕਿਉਂ ਫਿਰ ਐਵੇਂ ਬਦਕਿਸਮਤ ਰਹੀਏ? ਕਿਉਂ ਗਰੀਬ ਰਹੀਏ? ਕਿਉਂ ਦੁਖੀ ਰਹੀਏ? ਕਿਉਂ ਚਿੰਤਾਤ ਰਹੀਏ? ਜਦੋਂ ਕਿ ਬਾਣੀ ਜਿਹੜਾ ਨਾਮ ਹੈ ਇਹ ਸਭ ਕੁਛ ਬਦਲ ਕੇ ਰੱਖ ਸਕਦਾ ਹੈ। ਨਾ ਪੜ੍ਹ 'ਚ ਇੰਨੀ ਤਾਕਤ ਹੈ ਕਿ ਇਹਨੇ ਪੁੱਠੇ ਲੇਖਾਂ ਨੂੰ ਸਿੱਧੇ ਕਰ ਦੇਣਾ ਹੈ, ਬੈਡ ਲੱਕ ਨੂੰ ਗੁੱਡ ਲੱਕ ਕਰ ਦੇਣਾ ਹੈ। ਹਿੰਮਤ ਦੀ ਲੋੜ ਹੈ, ਬਸ ਲੱਗੇ ਰਹਿਣਾ, ਬਸ ਆਸਵੰਦ ਰਹਿਣਾ, ਨਿਰਾਸ਼ ਨਹੀਂ ਹੋਣਾ। ਕਈ ਕੰਮਾਂ ਨੂੰ ਦੇਰ ਲੱਗਦੀ ਹੈ। ਅਖਰੋਟ ਬੀਜੋ ਨਾ 20 ਸਾਲਾਂ ਬਾਅਦ ਜਾ ਕੇ ਫਲ ਲੱਗਦਾ, ਕਈ ਨੇ 6 ਮਹੀਨੇ ਬਾਅਦ ਹੀ ਫਲ ਲੱਗ ਜਾਂਦਾ, ਕਈ ਦਰਖਤਾਂ ਨੂੰ। ਕਈ ਕਰਮ ਐਸੇ ਨੇ ਥੋੜ੍ਹੀ ਜਿਹੀ ਬਾਣੀ ਪੜ੍ਹ ਕੇ 40 ਦਿਨ ਪਾਠ ਕਰਕੇ ਕਰਮ ਕੱਟ ਜਾਂਦਾ ਹੈ, ਅਤੇ ਕਈ ਵਾਰੀ ਕਾਫੀ ਦੇਰ ਲੱਗਦੀ। ਜਿੰਨਾ ਲੰਮਾ ਕਰਮ ਹੋਏਗਾ ਓਨਾ ਲੰਮਾ ਯਤਨ ਕਰਨਾ ਪਏਗਾ। ਜਿੱਡਾ ਵੱਡਾ ਕਰਮ ਹੋਏਗਾ ਉਸ ਨੂੰ ਕੱਟਣ ਲਈ ਯਤਨ ਵੀ ਤਾਂ ਜ਼ਿਆਦਾ ਕਰਨਾ ਪਏਗਾ ਨਾ। ਇਸ ਲਈ ਕਾਹਲੇ ਨਹੀਂ ਪੈਣਾ, ਆਸ਼ਾਵਾਦੀ ਰਹਿਣਾ ਜੀਵਨ 'ਚ, ਕਿਉਂਕਿ ਬਾਣੀ ਸਾਨੂੰ ਨਿਰਾਸ਼ ਹੋਣ ਹੀ ਨਹੀਂ ਦਿੰਦੀ। ਬਾਣੀ ਸਾਨੂੰ ਚੜ੍ਹਦੀਆਂ ਕਲਾ 'ਚ ਰੱਖਦੀ ਹੈ। ਹੁਣ ਕਈ ਡਿਪਰੈਸ਼ਨ ਹੁੰਦੇ, ਟਹਿੰਦੀਆਂ ਕਲਾਂ ਚਲੇ ਗਏ। ਡਿਪਰੈਸ਼ਨ ਕੀ ਹੈ? ਮਨੁੱਖ ਟਹਿੰਦੀਆਂ ਕਲਾਂ ਚਲੇ ਗਏ। ਉਹਦਾ ਕੋਈ ਕੰਮ ਕਰਨ ਨੂੰ ਜੀਅ ਨਹੀਂ ਕਰਦਾ, ਉਹਦਾ ਮਰ ਜਾਣ ਨੂੰ ਜੀਅ ਕਰਦਾ ਹੈ, ਉਹ ਉਦਾਸ ਰਹਿੰਦਾ ਹੈ, ਉਹਦਾ ਸੰਸਾਰ 'ਚ ਰੁਚੀ ਖਤਮ ਹੋ ਜਾਂਦੀ ਹੈ। ਹੁਣ ਚਲੇ ਗਿਆ ਟਹਿੰਦੀਆਂ ਕਲਾਂ 'ਚ, ਉਹਨੂੰ ਕਰਨਾ ਚੜ੍ਹਦੀਆਂ ਕਲਾਂ 'ਚ। ਉਹਨੂੰ ਅਸੀਂ ਫਿਰ ਬਾਣੀ ਦਿੰਦੇ ਹਾਂ, ਉਹ ਜਾਪ ਕਰਦਾ ਜਲ ਪੀਂਦਾ, ਜਾਪ ਕਰਦਾ ਜਲ ਪੀਂਦਾ, ਕੁਝ ਸਮੇਂ ਬਾਅਦ ਹੌਲੀ ਹੋ ਚੜ੍ਹਦੀਆਂ ਕਲਾਂ 'ਚ ਹੋ ਜਾਂਦਾ ਅਤੇ ਡਿਪਰੈਸ਼ਨ 'ਚੋਂ ਬਾਹਰ ਨਿਕਲ ਜਾਂਦਾ। ਕਈ ਵਾਰੀ ਜੇ ਜ਼ਿਆਦਾ ਹੋਵੇ ਫਿਰ ਅਸੀਂ ਕਹਿੰਦੇ ਨਾਲ ਪਈ ਇਲਾਜ ਵੀ ਕਰਾ। ਜਿਹੜਾ ਦਿਮਾਗ ਵਾਲਾ ਡਾਕਟਰ ਹੈ ਉਹਦੇ ਕੋਲ ਜਾ, ਉਹਨੂੰ ਆਪਣੀ ਸਾਰੀ। ਇੱਕ ਸਮੱਸਿਆ ਇਹ ਹੈ ਕਿ ਜਿਹਨੂੰ ਡਿਪਰੈਸ਼ਨ ਹੁੰਦਾ ਹਸਪਤਾਲ ਹੀ ਨਹੀਂ ਜਾਂਦਾ, ਉਹ ਦਵਾਈ ਨਹੀਂ ਖਾਂਦਾ, ਬੜੀ ਸਮੱਸਿਆ ਹੈ। ਉਹ ਕਹਿੰਦੇ ਮੈਨੂੰ ਕੀ ਹੋਇਆ? ਇਲਾਜ ਤਾਂ ਤਾਂ ਹੀ ਹੋ ਸਕਦਾ ਜੇ ਮੈਂ ਉਸ ਗੱਲ ਨੂੰ ਸਵੀਕਾਰ ਕਰਾਂ ਕਿ ਮੈਂ ਬਿਮਾਰ ਹਾਂ ਅਤੇ ਦਵਾਈ ਖਾਵਾਂ ਤਾਂ ਠੀਕ ਹੋਵਾਂਗਾ। ਉਹ ਮੰਨਦਾ ਹੀ ਨਹੀਂ ਇਸ ਗੱਲ ਨੂੰ। ਮੈਨੂੰ ਕੀ ਹੋਇਆ? ਮੈਂ ਚੰਗਾ ਭਲਾ, ਦਵਾਈ ਨਹੀਂ ਖਾਂਦਾ, ਹਸਪਤਾਲ ਨਹੀਂ ਜਾਂਦਾ। ਕਈ ਵਾਰੀ ਪੇਰੈਂਟਸ ਕਹਿੰਦੇ ਨੇ ਜੀ ਸਿਆਪਾ ਅਤੇ ਉਹ ਤਾਂ ਜਾਂਦੇ ਹੀ ਨਹੀਂ ਹਸਪਤਾਲ। ਇਹ ਕਹਿੰਦੇ ਅਸੀਂ ਚਲੋ ਡਾਕਟਰ ਨੂੰ ਦੱਸ ਕੇ ਦਵਾਈ ਲੈ, ਉਹ ਦਵਾਈ ਖਾਂਦਾ ਨਹੀਂ ਹੈਗਾ। ਕਹਿੰਦਾ ਮੈਂ ਚੰਗਾ ਭਾਈ ਫਿਰ ਐਂ ਕਰਾਂ ਪਾਠ ਕਰਕੇ ਉਹਨੂੰ ਜਲ ਪਿਲਾਈ ਜਾਓ, ਫਿਰ ਹੋਰ ਕੀ ਹੈ। ਹੌਲੀ ਕਿਉਂ ਬਾਣੀ ਨੇ ਪਾਣੀ 'ਤੇ ਅਸਰ ਕਰਨਾ, ਪਾਣੀ ਦੇ ਸੁਭਾਅ ਨੂੰ ਬਦਲਣਾ। ਉਹ ਪਾਣੀ ਜਦੋਂ ਇਹ ਮਰੀਜ਼ ਪੀਵੇਗਾ ਇਹਦਾ ਵੀ ਸੁਭਾਅ ਹੌਲੀ ਬਦਲ ਜਾਏਗਾ, ਇਹ ਡਿਪਰੈਸ਼ਨ 'ਚੋਂ ਨਿਕਲ ਜਾਏਗਾ ਅਤੇ ਚੜ੍ਹਦੀਆਂ ਕਲਾਂ 'ਚ ਹੋ ਜਾਏਗਾ। ਬਾਣੀ ਮਨੁੱਖ ਨੂੰ ਚੜ੍ਹਦੀਆਂ ਕਲਾਂ 'ਚ ਰੱਖਦੀ ਹੈ। ਇਸ ਲਈ ਜ਼ਿੰਦਗੀ 'ਚ ਨਿਰਾਸ਼ ਹੋਣ ਦੀ ਲੋੜ ਨਹੀਂ ਹੁੰਦੀ। ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ, ਆਪੇ ਪਰਮਾਤਮਾ ਸਬੱਬ ਬਣਾਈ ਜਾਂਦਾ ਹੈ। ਸਬੱਬ ਬਣਾਉਣਾ ਪਰਮਾਤਮਾ ਦਾ ਕੰਮ ਹੈ, ਸਾਡਾ ਕੰਮ ਹੈ ਨਾਮ ਜਪੀ ਜਾਣਾ, ਬਾਣੀ ਪੜ੍ਹੀ ਜਾਣਾ। ਸਬੱਬ ਉਹ ਬਣਾਵੇਗਾ। ਇਸ ਲਈ ਲੱਗੇ ਰਹਿਣਾ ਹੈ, ਹੌਸਲਾ ਨਹੀਂ ਛੱਡਣਾ ਹੈ। ਹੌਸਲਾ ਛੱਡਣ ਦੀ ਮਤਲਬ ਹੈ ਕਿ ਤੁਸੀਂ ਟਹਿੰਦੀਆਂ ਕਲਾਂ 'ਚ ਚਲੇ ਗਏ ਹੋ। ਪੁਰਾਤਨ ਸਿੱਖ ਜਿਹੜੇ ਬਾਣੀ 'ਚ ਵਿਸ਼ਵਾਸ ਰੱਖਦੇ ਨੇ 100%, ਬਾਣੀ ਪਰ ਕਦੇ ਟਹਿੰਦੀਆਂ ਕਲਾਂ 'ਚ ਨਹੀਂ ਸੀ ਜਾਂਦੇ, ਕਿਤੇ ਵੀ ਨਹੀਂ ਆਉਂਦਾ। ਜਿਹੜੇ ਆਤਮ ਹੱਤਿਆ ਕਰਦੇ ਇਹਦਾ ਮਤਲਬ ਟਹਿੰਦੀਆਂ ਕਲਾਂ 'ਚ ਚਲੇ ਗਏ ਨੇ। ਇਹ ਟਹਿੰਦੀ ਕਲਾ ਦੀ ਨਿਸ਼ਾਨੀ ਹੈ। ਆਤਮ ਹੱਤਿਆ ਕਰ ਲਈ, ਉਹ ਸਮਝਦਾ ਹੋਰ ਕੋਈ ਰਾਹ ਹੀ ਨਹੀਂ ਬਚਿਆ,
ਕਦੋਂ ਬੰਦਾ ਆਤਮ ਹੱਤਿਆ ਕਰਦਾ? ਜਦੋਂ ਸਮਝਦਾ ਕਿ ਹੁਣ ਕੋਈ ਮੇਰੇ ਬਚਾਅ ਦਾ ਕੋਈ ਰਸਤਾ ਹੀ ਨਹੀਂ ਹੈ, ਉਹਨੂੰ ਆਪਣੇ ਸਮੱਸਿਆ 'ਚ ਬਾਹਰ ਨਿਕਲਣ ਦਾ ਕੋਈ ਰਾਹ ਹੀ ਨਹੀਂ ਲੱਭਦਾ, ਅਤੇ ਫਿਰ ਉਹ ਕਹਿੰਦਾ ਇਹਦੇ ਨਾਲ ਮਾਰੀ ਜਾਣਾ ਠੀਕ ਹੈ। ਬਾਣੀ ਕਹਿੰਦੇ ਨਹੀਂ, ਤੁਸੀਂ ਬਾਣੀ ਪੜ੍ਹੋ, ਤੁਸੀਂ ਨਾਮ ਜਪੋ, ਇਹ ਰਸਤਾ ਤੁਹਾਨੂੰ ਦੇਵੇਗੀ, ਤੁਸੀਂ ਉਸ ਸਮੱਸਿਆ ਦੇ ਵਿੱਚ ਬਾਹਰ ਆਵੋਗੇ। ਬੜੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਸਿੱਖ 'ਤੇ। ਹੁਣ ਸਿੱਖ ਫਾਇਦਾ ਹੀ ਨਹੀਂ ਉਠਾਉਂਦਾ, ਤਾਂ ਫਿਰ ਦੱਸੋ ਗੁਰੂ ਮਹਾਰਾਜ ਕਿਆ ਕਰਨ? ਉਹ ਕੀ ਕਰਨ? ਸਿੱਖ ਕਿਤੇ ਗੁਰੂ ਦੀ ਲੱਗ ਜੇ ਗੱਲ ਮੰਨਣ, ਇਹ ਤਾਂ ਚੜ੍ਹਦੀਆਂ ਕਲਾਂ 'ਚ ਹੋ ਜੇ, ਇਹ ਤਾਂ ਬੱਲੇ ਬੱਲੇ ਦੀ ਹੋ ਜੇ। ਇਹ ਤਾਂ ਮੰਨਦਾ ਹੀ ਨਹੀਂ ਹੈਗਾ। ਸ਼ਰਾਬਾਂ ਪੀ ਰਿਹਾ, ਨਸ਼ੇ ਕਰ ਰਿਹਾ, ਪੁੱਠੇ ਕੰਮ ਕਰ ਰਿਹਾ, ਕੋਈ ਮਿਲਾਵਟ ਕਰ ਰਿਹਾ, ਕੋਈ ਧੋਖਾਧੜੀ ਕਰ ਰਿਹਾ, ਕੋਈ ਰਿਸ਼ਵਤਾਂ ਲੈ ਰਿਹਾ, ਕੋਈ ਕੁੱਟਮਾਰ ਕਰ ਰਿਹਾ, ਕੋਈ ਲੁੱਟ ਰਿਹਾ, ਕੋਈ ਬਲਾਤਕਾਰ ਕਰ ਰਿਹਾ, ਕੋਈ ਕੁਛ। ਵੀ ਭਲੇ ਮਾਨਸੋ, ਤੁਸੀਂ ਸੱਚਾ ਸੁੱਚਾ ਜੀਵਨ ਜੀਵੋ, ਨਾਲ ਨਾਮ ਜਪੋ, ਬਾਣੀ ਪੜ੍ਹੋ, ਅੱਜ ਕੁਝ, ਕੱਲ੍ਹ ਕੁਝ, ਪਰਸੋਂ ਕੁਝ। ਸਬੱਬ ਪਰਮਾਤਮਾ ਬਣਾਉਂਦਾ, ਆਪੇ ਤੁਹਾਨੂੰ ਅਮੀਰ ਕਰ ਦੇਗਾ। ਜੀ ਇਹ ਕਿਵੇਂ ਅਮੀਰ ਹੋ ਜਾਂਗੇ ਬਾਣੀ ਪੜ੍ਹ ਕੇ? ਮੈਂ ਪਹਿਲਾਂ ਤੂੰ ਪੜ੍ਹ ਤੇ ਸਹੀ, ਫਿਰ ਤੈਨੂੰ ਪਤਾ ਪਹਿਲੇ ਹੀ ਨਾ, ਤੂੰ ਤਾਂ ਪਹਿਲੇ ਲੱਗ ਗਿਆ ਕਰਨ। ਬਾਣੀ ਕਿਵੇਂ ਮੈਨੂੰ ਅਮੀਰ ਕਰ ਦੇਗੀ? ਮੈਂ ਕਰੇਗੀ ਯਾਰ। ਉਹ ਕੋਈ ਵੀ ਸਬੱਬ ਬਣਾਵੇ, ਪਰਮਾਤਮਾ ਕੁਝ ਹੀ ਸਬੱਬ ਬਣਾ ਸਕਦਾ। ਸਾਡਾ ਕੰਮ ਹੈ ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ, ਆਪਣੀ ਕਿਰਤ ਕਰੀ ਜਾਓ, ਆਪੇ ਬਾਣੀ ਨੇ ਸਾਡੀ ਹੌਲੀ ਹੌਲੀ ਕਿਸਮਤ ਬਦਲ ਦੇਣੀ ਹੈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ, ਜਿਨ ਕੋ ਪੂਰਵ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਜਿਹਦੇ ਪਹਿਲਾਂ ਹੀ ਭਾਗਾਂ 'ਚ ਲਿਖਿਆ ਹੁੰਦਾ, ਉਹਨੂੰ ਫਿਰ ਗੁਰੂ ਮਿਲਦਾ ਹੈ। ਕਈ ਵਾਰ ਤਾਂ ਆਪਾਂ ਗੁਰੂ ਨੂੰ ਮਿਲਦੇ ਹਾਂ, ਨਹੀਂ, ਕਈ ਵਾਰੀ ਗੁਰੂ ਆ ਕੇ ਮਿਲਦਾ ਹੈ। ਤੁਸੀਂ ਦੇਖੋ, ਮੈਂ ਕਈ ਵਾਰੀ ਸੋਚਦਾ ਵੀ ਅਸੀਂ ਉਹਨੂੰ ਸੱਜਣ ਠੱਗ ਕਹਿੰਦੇ ਹਾਂ, ਅਸੀਂ ਉਹਨੂੰ ਕੋਡਾ ਰਾਖਸ਼ ਕਹਿੰਦੇ ਹਾਂ, ਪਰ ਪਤਾ ਨਹੀਂ ਪਿਛਲੇ ਜਨਮਾਂ ਦੀ ਉਹਨਾਂ ਦੀ ਕਿੰਨੀ ਕੁ ਕਮਾਈ ਹੋਵੇਗੀ। ਹਾਂ, ਕੋਈ ਉਹਨਾਂ ਤੋਂ ਗਲਤੀ ਹੋ ਗਈ ਹੋਣੀ ਹੈ ਜਿਸ ਕਰਕੇ ਉਹ ਇਹ ਕੰਮ ਕਰਨ ਲੱਗ ਪਏ, ਪਰ ਕਿਤਨੀ ਕਮਾਈ ਹੋਏਗੀ ਕਿ ਸੰਸਾਰ ਦੀ ਐਡੀ ਮਹਾਨ ਸ਼ਕਤੀ ਗੁਰੂ ਨਾਨਕ ਦੇਵ ਜੀ ਆਪ ਚੱਲ ਕੇ ਉਹਨਾਂ ਕੋਲੇ ਗਏ। ਵੇਖੋ, ਇੱਕ ਸਿੱਖ ਗੁਰੂ ਕੋਲੇ ਜਾਂਦਾ, ਇੱਕ ਗੁਰੂ ਸਿੱਖ ਕੋਲੇ ਆਉਂਦਾ ਹੈ ਨਾ ਫਿਰ ਫਰਕ। ਮੈਂ ਕਈ ਬੈਠਾ ਵਿਚਾਰ ਕਰਦਾ ਰਹਿੰਦਾ, ਮੈਂ ਯਾਰ ਕਿਆ ਉਹਨਾਂ ਦੀ ਕਿਸਮਤਾਂ ਸਨ ਬੰਦਿਆਂ ਦੀ। ਹੈ ਪਤਾ ਨਹੀਂ ਕਿੰਨੀ ਉਹਨਾਂ ਦੀ ਮਗਰਲੀ ਕਮਾਈ ਹੋਣੀ ਹੈ, ਪਰ ਕੋਈ ਗਲਤੀ ਉਹਨਾਂ ਤੋਂ ਹੋ ਗਈ ਜਿਸ ਕਰਕੇ ਉਹ ਉਹਨਾਂ 'ਤੇ ਕਲੰਕ ਲੱਗ ਗਏ, ਇੱਕ ਨੂੰ ਠੱਗ ਦਾ ਅਤੇ ਇੱਕ ਨੂੰ ਰਾਖਸ਼ ਦਾ। ਕਲੰਕ ਮਫੀਟ ਸਰੀ, ਗੁਰਬਾਣੀ ਲਿਖਿਆ ਭਗਤ ਲੋ ਜੀ, ਕਲੰਕ ਨਹੀਂ ਮਿਟਦਾ, ਮਫੀਟ ਸਰੀ ਨਹੀਂ ਮਿਟਦਾ। ਕਦੇ ਕਲੰਕ ਮਫੀਟ ਸਰੀ, ਕਲੰਕ ਨਹੀਂ ਮਿਟਦਾ। ਦੋਨੋਂ ਬ੍ਰਹਮ ਗਿਆਨੀ ਹੋ ਗਏ, ਸੱਜਣ ਠੱਗ ਵੀ, ਕੋਡਾ ਰਾਖਸ਼ ਵੀ, ਸਿੱਖ ਧਰਮ ਦੇ ਪ੍ਰਚਾਰਕ ਵੀ ਹੋ ਗਏ, ਪਰ ਅੱਜ ਤੱਕ ਸੱਜਣ ਠੱਗ, ਕੋਡਾ ਰਾਖਸ਼, ਕਲੰਕ ਨਹੀਂ ਮਿਟਦਾ। ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ, ਕਲੰਕ ਨਾਲ ਜ਼ਿੰਦਗੀ ਲੱਗੇ, ਮਿਟਣਾ ਨਹੀਂ ਹੈਗਾ, ਫਿਰ ਬੜਾ ਔਖਾ ਹੁੰਦਾ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਮਨ ਭੁੱਖਾ ਭੁੱਖਾ ਮਤ ਕਰੈ, ਮਤ ਤੂੰ ਕਰੈ ਪੁਕਾਰ, 184 ਜਿਨ ਸਿਰੀ, ਸਭ ਸੈ ਦੇ ਆਧਾਰ, ਨਿਰਭਉ ਸਦਾ ਦਿਆਲ ਹੈ, ਸਭਨਾ ਕਰਦਾ ਸਾਰ, ਨਾਨਕ ਗੁਰਮੁਖ ਬੁਝੀਐ, ਪਾਈਐ ਮੋਖ ਦੁਆਰ। ਹੇ ਮਨਾ, ਮਨ ਭੁੱਖਾ ਭੁੱਖਾ ਮਤ ਕਰ। ਤੂੰ ਭੁੱਖਾ ਭੁੱਖਾ ਕਿਉਂ ਕਰਦਾ ਹੈ? ਮਤ ਤੂੰ ਕਰੈ ਪੁਕਾਰ, ਕਿਉਂ ਪੁਕਾਰ ਕਰਦਾ ਰਹਿਣਾ? ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ। 184 ਜਿਨ ਸਿਰੀ, ਸਿਰੀ ਮੈਨੇ ਬਣਾਈ, ਜਿਹਨੇ 84 ਲੱਖ ਜੂਨੀਆਂ ਬਣਾਈਆਂ ਨਾ, ਸਭ ਸੈ ਦੇ ਆਧਾਰ, ਉਹ ਸਾਰਿਆਂ ਨੂੰ ਖਾਣ ਨੂੰ ਦੇ ਰਿਹਾ। ਧਰਮ ਕਹਿੰਦਾ 42 ਲੱਖ ਜੂਨੀਆਂ ਪਾਣੀ 'ਚ ਨੇ, ਅਤੇ ਗੁਰਬਾਣੀ ਕਹਿੰਦੀ ਉੱਥੇ ਕੋਈ ਖੇਤੀ ਨਹੀਂ ਹੁੰਦੀ, ਉੱਥੇ ਕੋਈ ਖੇਤੀ ਨਹੀਂ, ਉੱਥੇ ਕੋਈ ਹੱਟੀ ਨਹੀਂ ਪਾਣੀ 'ਚ ਹੈ, ਪਰ
42 ਲੱਖ ਜੂਨੀਆਂ ਨੂੰ ਵੀ ਖਾਣ ਨੂੰ ਪਾਣੀ ਦੇ ਵਿੱਚ ਹੀ ਮਿਲ ਰਿਹਾ ਹੈ। 42 ਲੱਖ ਕਹਿੰਦੇ ਜੂਨੀਆਂ ਧਰਤੀ 'ਚ ਨੇ, ਧਰਤੀ ਦੇ। ਪਰਮਾਤਮਾ ਸਭ ਨੂੰ ਦਿੰਦਾ ਹੈ, ਪਰ ਇਹ ਮਨੁੱਖ ਐਸਾ ਹੋ ਗਿਆ ਹੈ ਕਿ ਦੂਜਿਆਂ ਦਾ ਹੱਕ ਖੋਹ ਲੈਂਦਾ ਹੈ, ਦੂਜਿਆਂ ਦਾ ਹੱਕ ਖੋਹ ਲੈਂਦਾ। ਇਹੀ ਕਾਰਨ ਹੈ ਕਿ ਹਿੰਦੁਸਤਾਨ ਦੇ ਵਿੱਚ 18 ਕਰੋੜ ਲੋਕ ਅਜਿਹੇ ਨੇ ਜਿਨ੍ਹਾਂ ਨੂੰ 2 ਟਾਈਮ ਖਾਣ ਦੀ ਰੋਟੀ ਨਹੀਂ ਮਿਲਦੀ। ਹਾਲਾਂਕਿ ਅਨਾਜ ਕਿੰਨਾ ਹੈ ਹਿੰਦੁਸਤਾਨ। ਸਰਕਾਰ ਕਹਿੰਦੀ ਇੰਨਾ ਅਨਾਜ ਹੋ ਗਿਆ, ਅਸੀਂ ਨਹੀਂ ਖਰੀਦਣਾ, ਸਾਡੇ ਵੱਲੋਂ ਬੀਜੋ ਨਾ ਬੀਜੋ, ਪ੍ਰਾਈਵੇਟ ਖਰੀਦਣ ਨਾ ਖਰੀਦਣ, ਸਾਨੂੰ ਤਾਂ ਲੋੜ ਨਹੀਂ। ਇਹ ਤਾਂ ਰੁਲ ਰਿਹਾ ਹੈ। ਖੈਰ, ਪਰ ਫਿਰ ਇਸ ਦੇ ਬਾਵਜੂਦ ਭੁੱਖੇ ਨੇ। ਕਿਉਂ ਭੁੱਖੇ ਨੇ? ਉਹ ਭੁੱਖ ਲਿਖਾ ਕੇ ਲੈ ਨੇ। ਉਹਨਾਂ ਮਗਰ ਕਰਮ ਹੀ ਐਸੇ ਕੀਤੇ ਕਿ ਪਰਮਾਤਮਾ ਨੇ ਕਿਹਾ ਤੇਰੇ ਆਲੇ ਦੁਆਲੇ ਸਭ ਕੁਛ ਹੋਵੇਗਾ, ਪਰ ਤੂੰ ਫਿਰ ਹੀ ਭੁੱਖੇ ਰਹੇਂਗਾ। ਪਰ ਫਿਰ ਵੀ ਕਿਹਾ ਮਨਾ, ਤੂੰ ਭੁੱਖਾ ਭੁੱਖਾ ਨਾ ਕਰ, ਤੂੰ ਰੋਟੀ ਲਈ ਪੁਕਾਰ ਨਾ ਕਰ। ਜਿੰਨੇ 84 ਲੱਖ ਜੂਨੀ ਬਣਾਈ ਸਭ ਸਹਿ ਦੇ ਆਧਾਰ, ਉਹ ਸਾਰਿਆਂ ਨੂੰ ਖਾਣ ਨੂੰ ਦੇਵੇਗਾ। ਫਿਰ ਤੁਸੀਂ ਕਹੋ 18 ਕਰੋੜ ਨੂੰ ਕਿਉਂ ਨਹੀਂ ਦਿੰਦਾ? ਜੇ ਪਰਮਾਤਮਾ ਸਾਰਿਆਂ ਨੂੰ ਦਿੰਦਾ ਹੈ, ਵੈਸੇ ਸੰਸਾਰ 'ਚ 68 ਕਰੋੜ ਲੋਕ ਨੇ ਜਿਹੜੇ ਰਾਤ ਨੂੰ ਭੁੱਖੇ ਸੌਂਦੇ ਨੇ, 2 ਟਾਈਮ ਖਾਣ ਨੂੰ ਰੋਟੀ। 68 ਕਰੋੜ, ਹੁਣ ਜੋ 18 ਕਰੋੜ ਇਕੱਲੇ ਹਿੰਦੁਸਤਾਨ 'ਚ ਰਹਿੰਦੇ। ਬੰਦਾ ਸੋਚਦਾ ਬਾਣੀ ਕਹਿੰਦੀ ਪਰਮਾਤਮਾ ਸਭ ਨੂੰ ਖਾਣ ਨੂੰ ਦਿੰਦਾ ਹੈ, ਫਿਰ ਉਹ 68 ਕਰੋੜ ਨੂੰ ਕਿਉਂ ਨਹੀਂ ਖਾਣ ਨੂੰ ਦਿੰਦਾ? ਉਹ ਫਿਰ ਕਿਉਂ ਭੁੱਖੇ ਮਰਦੇ ਨੇ? ਪਰ ਪਰਮਾਤਮਾ ਨੇ ਇੱਕ ਸ਼ਰਤ ਲਾਈ ਹੈ ਕਿ ਸੰਸਾਰ 'ਚ ਜਾ ਕੇ ਤੁਸੀਂ ਮੇਰਾ ਨਾਮ ਜਪਣਾ। ਅਤੇ ਇਹ ਬੰਦਾ ਨਾਮ ਨਹੀਂ ਜਪਦਾ, ਅਤੇ ਪਰਮਾਤਮਾ ਕਹਿੰਦਾ ਕਮਾਲ ਹੈ, ਖਾ ਲੈ। ਕਿ ਜਿਹੜਾ ਮੇਰਾ ਨਾਮ ਜਪੇਗਾ ਉਹ ਜਿੱਥੇ ਬੈਠਾ ਉਹਨੂੰ ਖਾਣ ਨੂੰ ਮੈਂ ਦੇਵਾਂਗਾ, ਜਿਸੇ ਵੀ ਹੈ। ਪੁਰਾਣੇ ਸਾਧੂ ਕਈ ਵਾਰੀ ਜੰਗਲਾਂ 'ਚ ਰਹਿੰਦੇ ਸਨ, ਫਲਦਾਰ ਦਰਖਤ ਦੇ ਹੇਠਾਂ ਮੰਨ ਲਓ ਬੈਠੇ ਨੇ, ਅੰਬਾਂ ਦਾ ਦਰਖਤ ਹੈ, ਹੇਠਾਂ ਬੈਠੇ। ਜਿਹੜਾ ਫਲ ਆ ਕੇ ਉਹਨਾਂ ਦੇ ਕੋਲ ਡਿੱਗਦਾ ਸੀ, ਜਿੱਥੋਂ ਤੱਕ ਉਹਨਾਂ ਦਾ ਹੱਥ ਜਾਂਦਾ ਸੀ, ਬਸ ਉਹ ਕਹਿੰਦੇ ਸੀ ਇਹ ਸਾਡਾ। ਜਿਹੜਾ ਪਰਾਂ ਡਿੱਗਦਾ ਸੀ ਉੱਠ ਕੇ ਨਹੀਂ ਸੀ ਖਾਣ ਜਾਂਦੇ। ਉਹ ਕਹਿੰਦੇ ਨਹੀਂ, ਇਹ ਸਾਡੀ ਕਿਸਮਤ ਦਾ ਨਹੀਂ, ਜਿਹੜਾ ਸਾਡੇ ਭਾਗਾਂ 'ਚ ਸਾਡੇ ਕੋਲ ਆ ਕੇ ਡਿੱਗੇਗਾ। ਵਿਸ਼ਵਾਸ ਸੀ। ਅਤੇ ਕਈਆਂ ਦੀ ਉੱਤੋਂ ਝੋਲੀ ਜਿਹਾ ਡਿੱਗਦਾ ਹੁੰਦਾ ਸੀ, ਮੈਂ ਲੈ ਵੀ ਸੱਜਣਾ ਖਾ ਲੈ, ਉੱਠ ਕੇ ਤੋੜਨ ਦੀ ਵੀ ਲੋੜ ਨਹੀਂ, ਫਲ ਆਪ ਹੀ ਆ ਕੇ ਡਿੱਗ ਰਿਹਾ ਹੈ। ਕਿਉਂ? ਉਹ ਪਰਮਾਤਮਾ ਦੀ ਭਗਤੀ ਦਿਨ ਰਾਤ ਕਰਦੇ ਨੇ, ਇਸ ਲਈ ਪਰਮਾਤਮਾ ਨੂੰ ਚਿੰਤਾ ਹੋ ਜਾਂਦੀ ਸੀ। ਇਸ ਲਈ ਪਰਮਾਤਮਾ ਨੂੰ ਚਿੰਤਾ ਸੀ। ਆਪਣੇ ਪਿਆਰਿਆਂ ਦੀ ਸਾਰਿਆਂ ਨੂੰ ਚਿੰਤਾ ਹੁੰਦੀ ਹੈ। ਜਿਵੇਂ ਤੁਹਾਨੂੰ ਆਪਣੇ ਬਾਲ ਬੱਚਿਆਂ ਦੀ ਚਿੰਤਾ ਹੈ ਨਾ, ਅਸੀਂ ਵੀ ਰੱਬ ਦੇ ਬੱਚੇ ਹਾਂ। ਅਤੇ ਰੱਬ ਕਹਿੰਦਾ ਤੁਸੀਂ ਮੇਰਾ ਇੱਕ ਕੰਮ ਕਰੋ, ਮੈਂ ਤੁਹਾਡੇ ਸਾਰੇ ਕੰਮ ਕਰਾਂਗਾ। ਅਤੇ ਸਾਧੂ ਉਹ ਇੱਕ ਕੰਮ ਹੀ ਕਰਦੇ ਰਹਿੰਦੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਦੇ ਰਹਿੰਦੇ ਨੇ। ਰੱਬ ਆਪੇ ਭੇਜਦਾ, ਰੱਬ ਆਪੇ ਭੇਜਦਾ। ਇਹ ਨਹੀਂ ਕਦੇ ਸੁਣਿਆ ਕਿ ਸਾਧੂ ਜੰਗਲ 'ਚ ਭੁੱਖਾ ਮਰ ਗਿਆ ਜੀ, ਜਾਂ ਸਾਧੂ ਨੂੰ ਕੋਈ ਸ਼ੇਰ ਖਾ ਗਿਆ ਜੀ, ਜਾਂ ਉਹਨੂੰ ਕੋਈ ਸੱਪ ਲੜ ਗਿਆ ਜੀ। ਨਾ ਉਹਨੂੰ ਸ਼ੇਰ ਖਾਵੇ, ਨਾ ਉਹਨੂੰ ਸੱਪ ਲੜੇ, ਨਾ ਉਹ ਭੁੱਖਾ ਮਰੇ। ਕਿ ਪਰਮਾਤਮਾ ਕਹਿੰਦੇ ਮੈਂ ਇਹਨੂੰ ਜਿਸ ਕੰਮ ਭੇਜਿਆ ਸੀ ਉਹ ਕਰ ਰਿਹਾ ਹੈ, ਹੁਣ ਫਿਰ ਬਾਕੀ ਸਾਰੇ ਕੰਮ ਮੈਂ ਹੀ ਇਹਦੇ ਕਰਨੇ ਨੇ। ਨਾਮ ਜਪਣ ਵਾਲਾ ਭੁੱਖਾ ਨਹੀਂ ਮਰ ਸਕਦਾ, ਯਾਦ ਰੱਖਣਾ। ਨਾਮ ਜਪਣ ਵਾਲਾ ਤਾਂ ਦੂਜਿਆਂ ਨੂੰ ਰੁਝਾਉਂਦਾ ਹੈ, ਉਹਨੇ ਆਪ ਕੀ ਭੁੱਖਾ ਮਰਨਾ। ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ, ਤੁਹਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। ਸਿਰਫ ਇੰਨਾ ਕਿ ਤੁਹਾਨੂੰ ਰੱਬ ਦੀਆਂ ਦਾਤਾਂ ਵਰਤਣੀਆਂ ਆਉਣੀਆਂ ਚਾਹੀਦੀਆਂ। ਅਸੀਂ ਕੁਝ ਚੱਜੇ ਹਾਂ, ਸਾਡੇ ਕੋਲ ਕਈ ਵਾਰੀ ਸਭ ਕੁਛ ਹੁੰਦਾ, ਉਹ ਸਾਨੂੰ ਵਰਤਣਾ ਹੀ ਨਹੀਂ ਆਉਂਦਾ। ਉਹ ਵਰਤਣਾ ਹੀ ਨਹੀਂ ਆਉਂਦਾ। ਬਹੁਤ ਘੱਟ ਲੋਕਾਂ ਨੂੰ ਜੋ ਕੁਛ ਉਹਨਾਂ ਕੋਲ ਹੈ ਉਹ ਵਰਤਣ ਦੀ ਜਾਚ ਹੈ, ਵਰਤਣ ਦੀ ਹੀ ਜਾਚ ਨਹੀਂ ਹੈਗੀ। ਲੋਕਾਂ ਕੋਲ ਪੈਸੇ ਨੇ, ਉਹ ਵਰਤਣੇ ਹੀ ਨਹੀਂ ਆਉਂਦੇ।
ਉਜਾੜਨੇ ਸਾਰਿਆਂ ਨੂੰ ਆਉਂਦੇ ਨੇ, ਉਜਾੜਨੇ ਸਾਰਿਆਂ ਨੂੰ ਆਉਂਦੇ ਨੇ, ਖਰਚਨੇ ਸਾਰਿਆਂ ਨੂੰ ਆਉਂਦੇ ਨੇ, ਵਰਤਨੇ ਕਿਸੇ ਕਿਸੇ ਨੂੰ ਆਉਂਦੇ ਨੇ। ਮਾਇਆ ਵਰਤਣ ਨਾਲ ਨਹੀਂ ਮੁੱਕਦੀ, ਮਾਇਆ ਖਰਚਣ ਨਾਲ ਮੁੱਕਦੀ ਹੈ। ਕਈਆਂ ਤਾਂ ਕਾਫੀ ਦੇਰ ਬਾਅਦ ਮੇਰੀ ਗੱਲ ਸਮਝੇ, ਵਰਤਣ ਅਤੇ ਖਰਚਣ 'ਚ ਫਰਕ ਕੀ ਹੈ। ਮੈਂ ਕਿਹਾ ਸੀ ਸੋਚਿਓ ਘਰ ਜਾ ਕੇ, ਮਾਇਆ ਵਰਤਣ ਨਾਲ ਨਹੀਂ ਮੁੱਕਦੀ, ਮਾਇਆ ਖਰਚਣ ਨਾਲ ਮੁੱਕਦੀ। ਇੱਕ ਦਿਨ 'ਚ ਵੀ ਲੱਖਾਂ ਰੁਪਈਏ ਮੁੱਕ ਸਕਦੇ ਖਰਚਣ ਨਾਲ, ਵਰਤਣ ਨਾਲ ਹੀ ਮੁੱਕਦੇ। ਸਾਨੂੰ ਵਰਤਣ ਆਉਣਾ ਚਾਹੀਦਾ ਹੈ ਵੀ ਮਾਇਆ ਨੂੰ ਵਰਤਣਾ ਕਿਵੇਂ ਹੈ। ਸੋ ਗੁਰੂ ਮਹਾਰਾਜ ਕਹਿੰਦੇ ਨਿਰਭਉ ਸਦਾ ਦਿਆਲ ਹੈ, ਸਭਨਾ ਕਰਦਾ ਸਾਰ। ਪਰਮਾਤਮਾ ਤਾਂ ਦਿਆਲੂ ਹੈ, ਉਹ ਕਰੂਅਲ ਨਹੀਂ ਹੈ, ਉਹ ਦਿਆਲੂ ਹੈ। ਉਹ ਸਾਰਿਆਂ ਦੀ ਸਾਰ ਸੰਭਾਲ ਕਰਦਾ ਹੈ, ਸਾਰਿਆਂ ਦੀ ਸਾਰ ਲੈਂਦਾ। ਕਈ ਵਾਰੀ ਅਲੱਗ ਆਪਣੇ ਦੋਸਤ ਮੈਨੂੰ ਕਿ ਯਾਰ ਮੈਂ ਹਸਪਤਾਲ ਦਾਖਲ ਸੀ, ਤੂੰ ਮੇਰੀ ਸਾਰ ਹੀ ਨਹੀਂ ਲੈਣਾ, ਖਬਰ ਸਾਰ ਹੀ ਨਹੀਂ ਲੈਣ ਆਇਆ। ਮਾਣ ਹੁੰਦਾ ਨਾ ਆਪਣਿਆਂ 'ਤੇ ਉਹੀ ਨਾ ਆਵੇ, ਉਹੀ ਨਾ ਆਵੇ। ਮੈਨੂੰ ਇੱਕ ਵਾਰੀ ਹਾਰਟ ਪ੍ਰੋਬਲਮ ਹੋ ਗਈ 2001 'ਚ, ਰਜਿੰਦਰ ਹਸਪਤਾਲ ਮੈਂ ਦਾਖਲ ਹਾਂ। 5 ਦਿਨ ਮੈਂ ਰਿਹਾ, ਪੌਣੇ 5 ਦਿਨ ਬੀਬੀ ਆਈ ਹੋਈ ਨਹੀਂ ਉੱਥੇ ਹਸਪਤਾਲ 'ਚ। ਜਿੱਦੇ ਪਤਾ ਲੱਗ ਵੀ ਅੱਜ ਉਹਨਾਂ ਨੂੰ ਛੁੱਟੀ ਹੋਣੀ ਹੈ, ਉਹਦੇ ਆਈ ਮੈਨੂੰ। ਕੀ ਅਫਸੋਸ ਨਹੀਂ ਹੁੰਦਾ ਵੀ ਇੰਨੀ ਸੰਗਤ, ਤਾਂਤਾ ਲੱਗਾ ਸੰਗਤ ਦਾ। ਸਵੇਰੇ 4 ਵਜੇ ਵੀ ਬੀਬੀਆਂ ਜਿਹੜੀਆਂ ਚਾਹ ਲੈ ਕੇ ਆ ਰਹੀਆਂ ਨੇ ਸਵੇਰ ਜੇ, ਠੰਡ ਦੇ ਮੌਸਮ ਵਿੱਚ, ਉਦੋਂ ਸਰਦੀਆਂ ਦਾ ਮੌਸਮ ਸੀ, ਅਤੇ ਘਰ ਵਾਲੀ ਹੀ ਨਾ ਆਵੇ 5 ਦਿਨ, ਅਤੇ ਬੰਦਾ ਐਮਰਜੈਂਸੀ 'ਚ ਪਿਆ ਹੋਵੇ, ਫਿਰ ਅਫਸੋਸ ਨਹੀਂ ਹੁੰਦਾ। ਅਤੇ ਮੈਂ ਕਿਹਾ ਵੀ ਤੁਸੀਂ ਆਏ ਨਹੀਂ, ਕਹਿੰਦੇ ਮੈਂ ਸੋਚਿਆ ਉੱਥੇ ਬਥੇਰੀ ਸੰਗਤ ਹੈ, ਮੈਂ ਜਾ ਕੀ ਕਰਾਂਗੀ। ਮੈਂ ਤੁਹਾਡੀ ਥਾਂ ਹੋਰ ਕੋਈ ਨਹੀਂ ਲੈ ਸਕਦਾ, ਪਤੀ ਦੀ ਥਾਂ ਹੋਰ ਕੋਈ ਬੰਦਾ ਨਹੀਂ ਲੈ ਸਕਦਾ, ਅਤੇ ਪਤਨੀ ਦੀ ਥਾਂ ਵੀ ਹੋਰ ਕੋਈ ਔਰਤ ਨਹੀਂ ਲੈ ਸਕਦੀ। ਮੈਂ ਤੁਹਾਨੂੰ ਅਜੇ ਤੱਕ ਇੰਨੀ ਨਹੀਂ ਸੋਝੀ ਆਈ, ਤੁਹਾਨੂੰ ਇੰਨੀ ਨਹੀਂ ਪਤਾ ਲੱਗਾ। ਕਹਿੰਦੇ 100 ਚਾਚਾ ਅਤੇ 1 ਪਿਓ, ਐਵੇਂ ਨਹੀਂ ਕਹਿੰਦੇ। 100 ਚਾਚਾ ਅਤੇ 1 ਪਿਓ, 100 ਦਵਾਈ ਅਤੇ 1 ਘਿਓ। 100 ਚਾਚਾ ਰਲ ਕੇ ਵੀ ਬਾਪ ਦੀ ਥਾਂ ਨਹੀਂ ਲੈ ਸਕਦਾ, ਨਹੀਂ ਲੈ ਸਕਦਾ। ਜਦੋਂ ਕਹਿੰਦੇ ਨਾ ਭਾਈ ਬਈ ਲੜਕੇ ਦਾ ਮਾਂ ਬਾਪ ਅਤੇ ਲੜਕੀ ਦਾ ਮਾਂ ਬਾਪ ਖੜ੍ਹੇ ਹੋਵੋ, ਅਤੇ ਬਾਪ ਹੈ ਨਹੀਂ, ਉਦੋਂ ਫਿਰ ਅਵਸਥਾ ਕੁਛ ਹੋਰ ਮਨ ਦੀ ਹੋ ਜਾਂਦੀ ਹੋਈ ਵੀ ਅੱਜ ਇਸ ਖੁਸ਼ੀ ਦੇ ਸਮੇਂ ਵੀ ਮੇਰਾ ਬਾਪ ਜਾਂ ਮੇਰੀ ਮਾਂ ਹੈ ਨਹੀਂ ਹੈਗੀ, ਇਹਨਾਂ ਦੀ ਕੋਈ ਥਾਂ ਨਹੀਂ ਲੈ ਸਕਦਾ। ਇਹ ਤਾਂ ਪਰਮਾਤਮਾ ਹੈ ਜਿਹੜਾ ਸਾਰ ਲੈਂਦਾ ਹੈ। ਉਹਨੇ ਕਿਹਾ ਕੋਈ ਨਹੀਂ ਚੈਮਲ ਸੇ ਮੈਂ 100-150 ਸਤਸੰਗੀ ਭੇਜ ਦਿੰਦਾ ਹਾਂ। ਉਹ ਤਾਂ ਡਾਕਟਰ ਨੂੰ ਪਤਾ ਨਹੀਂ ਸੀ ਪਹਿਲਾਂ, ਉਹ ਤਾਂ ਆਈ ਗਿਆ। ਉਹ ਡਾਕਟਰ ਪੁੱਛਦਾ ਵੀ ਕੌਣ ਇਹ, ਕੋਈ ਪੋਲੀਟੀਕਲ ਬੰਦਾ? ਉਹ ਕਹਿੰਦਾ ਨਾ ਜੀ, ਇਹ ਤਾਂ ਸਾਡੇ ਬਾਬਾ ਜੀ ਨੇ। ਫਿਰ ਉਹਨੇ ਟੋਕਣਾ ਬੰਦ ਕਰਤਾ, ਨਹੀਂ ਤਾਂ ਕਿ ਤੁਸੀਂ ਇਕੱਠਾ। ਫਿਰ ਉਹ ਕਹਿੰਦਾ ਭਾਈ ਲਾਈਨ ਬਣਾ ਲਓ, ਲਾਈਨ ਬਣਾ ਕੇ ਮਿਲਦੇ ਜਾਓ ਤੁਸੀਂ ਵੀ ਉਹਨਾਂ ਨੂੰ ਹਾਰਟ ਪ੍ਰੋਬਲਮ ਹੈ, ਤੁਸੀਂ ਗੱਲਾਂ ਗੁੱਲਾਂ ਨਹੀਂ ਕਰਨੀਆਂ। ਚਲੋ ਮਿਲਣ ਨੂੰ ਸ਼ਰਧਾਲੂਆਂ ਦਾ ਜੀਅ ਕਰਦਾ। ਫਿਰ ਉਹਨੇ ਡਾਕਟਰ ਮਨਮੋਹਨ ਸਿੰਘ, ਉਹਦਾ ਹੈੱਡ ਆਫ ਦੀ ਡਿਪਾਰਟਮੈਂਟ, ਉਹਨਾਂ ਨੇ ਆਗਿਆ ਦਿੱਤੀ ਵੀ ਤੁਸੀਂ ਲਾਈਨ ਬਣਾ ਲਓ ਜੀ, ਇਸ ਤਰ੍ਹਾਂ ਵਾਰੀ ਵਾਰੀ ਉਹਨਾਂ ਨੂੰ ਮਿਲ ਲਓ। ਸੋ ਮੇਰੇ ਕਹਿਣ ਦਾ ਮਤਲਬ ਹੈ ਇੰਨੀ ਸੰਗਤ ਨੇ ਸੇਵਾ ਕੀਤੀ, ਪਰ ਅੱਜ ਤੱਕ ਵੀ ਮੇਰੇ ਮਨ 'ਚ ਹੈਗਾ ਕਿ ਜਿਸ ਨੂੰ ਇੱਕ ਦਮ ਆਉਣਾ ਚਾਹੀਦਾ ਸੀ, ਉਹ 5 ਦਿਨਾਂ ਬਾਅਦ ਆਇਆ। ਉਹ 5 ਦਿਨਾਂ ਬਾਅਦ ਆਇਆ। ਅਫਸੋਸ ਤਾਂ ਹੁੰਦਾ ਹੀ ਹੈ ਨਾ। ਤੁਸੀਂ ਵੀ ਹੋ ਸਕਦੇ ਇਸ ਗੱਲ ਨੂੰ ਮਹਿਸੂਸ ਕਰਦੇ ਹੋ। ਸੋ ਗੁਰੂ ਮਹਾਰਾਜ ਕਹਿੰਦੇ ਨਿਰਭਉ ਸਦਾ ਦਿਆਲ ਹੈ, ਸਭਨਾ ਕਰਦਾ ਸਾਰ। ਪਰਮਾਤਮਾ ਤਾਂ ਸਦਾ ਹੀ ਦਿਆਲੂ ਹੈ, ਸਾਰੇ ਦੀ ਸਾਂਭ ਸੰਭਾਲ ਕਰਦਾ। ਮੈਂ ਟਾਈਮ ਹੀ ਨਹੀਂ ਵੇਖਿਆ। ਨਾਨਕ ਗੁਰਮੁਖ ਬੁੱਝੀਐ ਪਾਈਐ ਮੋਖ ਦੁਆਰ। ਗੁਰੂ ਦੇ ਰਾਹੀਂ ਜਦੋਂ ਫਿਰ ਪਰਮਾਤਮਾ ਨੂੰ ਮਨੁੱਖ ਜਾਣ ਲੈਂਦਾ ਹੈ, ਫਿਰ ਇਸ ਨੂੰ ਮੁਕਤੀ ਦਾ ਦਰ ਪ੍ਰਾਪਤ ਹੈ। ਭਾਵ
ਇਹ ਜੰਮਣ ਮਰ ਤੋਂ ਰਹਿਤ ਹੋ ਜਾਂਦਾ ਹੈ, ਪਰਮਾਤਮਾ ਨਾਲ ਸਦਾ ਲਈ ਮਿਲ ਜਾਂਦਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਵਿਚਾਰਾ ਕਰਦੇ ਸਮੇਂ ਦਾ ਖਿਆਲ ਨਹੀਂ ਰਿਹਾ, ਦਾਸ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।